ਹੈਲੋ ਸਟੂਡੈਂਟਸ, ਵੈਲਕਮ ਟੂ ਮਾਈ ਚੈਨਲ। ਬੱਚਿਓ, ਅੱਜ ਦੇ ਸੈਸ਼ਨ ਵਿੱਚ ਆਪਾਂ ਕਲਾਸ 8 ਦਾ ਚੈਪਟਰ 9th ਖੇਤਰ ਮਿਤੀ ਦੀ ਗੱਲ ਕਰਾਂਗੇ। ਇਸ ਵਿੱਚ ਆਪਾਂ ਸਮਤਲ ਆਕ੍ਰਿਤੀਆਂ ਅਤੇ ਠੋਸ ਆਕ੍ਰਿਤੀਆਂ ਦੀ ਗੱਲ ਕਰਾਂਗੇ। ਤਾਂ ਜਾਣਦੇ ਹਾਂ ਕਿ ਸਮਤਲ ਆਕ੍ਰਿਤੀਆਂ ਕਿਹੜੀਆਂ ਹੁੰਦੀਆਂ ਹਨ ਅਤੇ ਠੋਸ ਆਕ੍ਰਿਤੀਆਂ ਕਿਹੜੀਆਂ ਹੁੰਦੀਆਂ ਹਨ। ਬੱਚਿਓ, ਮੈਂ ਸਮਤਲ ਆਕ੍ਰਿਤੀਆਂ ਅਤੇ ਠੋਸ ਆਕ੍ਰਿਤੀਆਂ ਦੇ ਅੰਤਰ ਨੂੰ ਸਮਝਾਉਣ ਵਾਸਤੇ ਕੁਝ ਡਾਇਗਰਾਮਸ ਬਣਾਈਆਂ ਹਨ। ਬੱਚੋ, ਜਿਵੇਂ ਕਿ ਆਹ ਡਾਇਗਰਾਮ ਜਿਹੜੀ ਹੈਗੀ ਹੈ ਤ੍ਰਿਭੁਜ ਦੀ ਹੈ, ਇਹ ਚਤੁਰਭੁਜ ਦੀ ਹੈ। ਚਤੁਰਭੁਜ ਤੋਂ ਸਿਵਾਏ ਹੋਰ ਵੱਧ ਭੁਜਾਵਾਂ, ਜਿਵੇਂ ਚਤੁਰਭੁਜ 4 ਭੁਜਾਵਾਂ ਦਾ ਹੁੰਦਾ ਹੈ, ਇਸ ਤੋਂ ਵੱਧ ਪਤਾ ਨਹੀਂ ਕਿੰਨੀਆਂ ਭੁਜਾਵਾਂ ਵਾਲੀ ਕੋਈ ਵੀ ਬਹੁਭੁਜ ਹੋ ਸਕਦੀ ਹੈ, ਉਸ ਦੀ ਗੱਲ ਕਰਾਂਗੇ। ਇਹ ਸਮਤਲ ਆਕ੍ਰਿਤੀਆਂ ਦੇ ਵਿੱਚ ਆਉਂਦੇ ਹਨ ਅਤੇ ਇਹਨਾਂ ਦਾ ਆਪਾਂ ਕੀ ਹੈ, ਪਰਿਮਾਪ ਅਤੇ ਖੇਤਰਫਲ, ਇਹ ਦੋਵੇਂ ਦੇ ਕੀ ਹੈ ਫੋਰਮੂਲੇ ਜਿਹੜੇ ਹੈਗੇ ਹੈ, ਮਤਲਬ ਯਾਨੀ ਕਿ ਇਹ ਦੋਵੇਂ ਫੋਰਮੂਲੇ ਪਰਿਮਾਪ ਅਤੇ ਖੇਤਰਫਲ ਸਮਤਲ ਆਕ੍ਰਿਤੀਆਂ ਦੇ ਇਹ ਕਰਾਂਗੇ। ਅਤੇ ਠੋਸ ਆਕ੍ਰਿਤੀਆਂ ਜਿਹੜੀਆਂ ਹੁੰਦੀਆਂ ਜਿਹੜੀਆਂ ਸੋਲਿਡ ਹੁੰਦੀਆਂ, ਜਿਵੇਂ ਆਹ ਇੱਟ ਦੇ ਆਕਾਰ ਦਾ ਇੱਕ ਹੋਗਾ, ਜਿਵੇਂ ਘਨਾਵ, ਆਹ ਕੰਨ ਹੋ ਗਿਆ ਅਤੇ ਆਹ ਕੀ ਹੋ ਗਿਆ, ਸਿਲੰਡਰ। ਤਾਂ ਇਹਨਾਂ ਦੇ ਆਪਾਂ ਕੀ ਹੈ ਖੇਤਰਫਲ ਅਤੇ ਆਇਤਨ ਬਾਰੇ ਗੱਲ ਕਰਾਂਗੇ। ਤਾਂ ਜਿਹੜੀ ਸਮਤਲ ਆਕ੍ਰਿਤੀਆਂ ਹੁੰਦੀਆਂ, ਜਿਵੇਂ ਤ੍ਰਿਭੁਜ ਬਣਾਈ ਆ ਮੈਂ, ਤਾਂ ਇਹਨੂੰ ਆਪਾਂ ਕੀ ਹੈ ਇਹ ਸਮਤਲ ਪੇਪਰ ਦੇ ਉੱਪਰ ਹੈ, ਇਹਨਾਂ ਨੂੰ ਆਪਾਂ ਹੱਥ ਲਗਾ ਕੇ ਮਹਿਸੂਸ ਨਹੀਂ ਕਰ ਸਕਦੇ ਕਿ ਇਹ ਉੱਭਰਵੀਆਂ ਨਹੀਂ ਹੈਗੀਆਂ। ਤਾਂ ਇਹ ਕੀ ਹੈਗੀਆਂ, ਇਹ 2 ਡਾਇਮੈਂਸ਼ਨ ਫਿਗਰਸ ਹੈਗੀਆਂ। ਜਿਹੜੀਆਂ ਠੋਸ ਆਕ੍ਰਿਤੀਆਂ ਹੁੰਦੀਆਂ, ਜਿਵੇਂ ਕਿ ਆਪਣੇ ਕੋਲ ਕੀ ਆਹ ਇੱਕ ਰਬੜ ਹੈ, ਇਹ ਕੀ ਹੈ, ਇੱਕ ਘਨਾਵ ਆਕਾਰ ਦੀ ਹੈ। ਤਾਂ ਇਹ ਸਮਤਲ ਦੇ ਉੱਪਰ ਆ ਗਈ, ਉੱਭਰ ਵੀ ਆ ਗਈ। ਤਾਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਫਿਗਰ, ਇਹ ਕੀ ਹੈਗੀ ਹੈ, ਇਹ 3D ਸ਼ੇਪ ਹੈ। ਤਾਂ ਜਿਹੜਾ ਸਮਤਲ ਆਕ੍ਰਿਤੀਆਂ ਉਹਦੇ ਵਿੱਚ ਕੀ ਹੈ, ਪਰਿਮਾਪ ਅਤੇ ਖੇਤਰਫਲ ਦੇ ਆਪਾਂ ਫੋਰਮੂਲੇ ਪੜ੍ਹਾਂਗੇ। ਅਲੱਗ-ਅਲੱਗ ਆਕ੍ਰਿਤੀਆਂ ਦੇ ਅਲੱਗ-ਅਲੱਗ ਫੋਰਮੂਲੇ ਹੋਣਗੇ, ਪਰਿਮਾਪ ਅਤੇ ਖੇਤਰਫਲ। ਜੇਕਰ ਬੱਚੇ ਤੁਹਾਨੂੰ ਫੋਰਮੂਲੇ ਆਉਂਦੇ ਹੈ ਤਾਂ ਤੁਸੀਂ ਕੁਐਸਚਨਸ ਕਰ ਸਕਦੇ ਹੋ। ਜੇ ਫੋਰਮੂਲੇ ਹੀ ਨਹੀਂ ਆਉਂਦੇ ਬੱਚੋ, ਤਾਂ ਆਪਾਂ ਉਸ ਦਾ ਕੁਛ ਵੀ ਨਹੀਂ, ਆਪਾਂ ਅੱਗੋਂ ਸਵਾਲ ਨਹੀਂ ਹੱਲ ਕਰ ਸਕਦੇ, ਚਾਹੇ ਉਹ 1-1 ਨੰਬਰ ਦੇ ਹੋਣ ਅਤੇ ਚਾਹੇ ਉਹ 6 ਅੰਕਾਂ ਦੇ ਹੋਣ। ਜੇ ਠੋਸ ਆਕ੍ਰਿਤੀਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਹੈ, ਖੇਤਰਫਲ ਅਤੇ ਆਇਤਨ ਆ ਜਾਂਦਾ। ਅਤੇ ਖੇਤਰਫਲ ਵਿੱਚ ਕੀ ਹੈ, ਪਾਰਸੀ ਸਤਹ ਦਾ ਖੇਤਰਫਲ, ਪਾਰਸੀ ਸਤਹ ਯਾਨੀ ਕਿ ਸਾਈਡ ਵਾਲੇ ਜਿਹੜੇ ਪਾਸੇ ਹੋ ਗਏ। ਅਤੇ ਉਵੇਂ ਹੀ ਕੀ ਹੈ, ਕੁੱਲ ਸਤਹ ਦਾ ਖੇਤਰਫਲ ਆ ਜਾਊਗਾ, ਜਿਵੇਂ ਉੱਪਰਲਾ ਹਿੱਸਾ ਅਤੇ ਥੱਲੇ ਵਾਲਾ ਹਿੱਸਾ। ਜਿਹੜਾ ਥੱਲੇ ਵਾਲਾ ਹਿੱਸਾ ਹੈਗਾ ਉਹ ਕੀ ਹੈ, ਇੱਕ ਆਇਤ ਆਕਾਰ ਦਾ, ਉੱਪਰ ਵਾਲਾ ਹਿੱਸਾ ਵੀ ਇੱਕ ਆਇਤ ਆਕਾਰ ਦਾ। ਤਾਂ ਉਸ ਤਰ੍ਹਾਂ ਘਨ ਦੀ ਪਾਰਸੀ ਸਤਹ ਦਾ ਅਤੇ ਕੁੱਲ ਸਤਹ ਦਾ ਖੇਤਰਫਲ। ਫਿਰ ਆਪਾਂ ਇਹਨਾਂ ਦੇ ਆਇਤਨ ਬਾਰੇ ਕੀ ਹੈ ਗੱਲ ਕਰਾਂਗੇ। ਇਹ ਤਾਂ ਹੋ ਗਈਆਂ ਪਾਰਸੀ ਸਤਹ। ਜਿਹੜਾ ਸਿਲੰਡਰ ਹੈ, ਇਹ ਜਿਹੜੀ ਇਹਦੀ ਪਾਰਸੀ ਸਤਹ ਹੈ ਉਹ ਗੋਲਾਈ ਦੇ ਵਿੱਚ ਹੈ, ਤਾਂ ਜਿਸ ਨੂੰ ਆਪਾਂ ਕੀ ਹੈ, ਵਕਰ ਸਤਹ ਬੋਲਦੇ ਹੈਗੇ ਆ। ਤਾਂ ਇਸ ਦਾ ਵੀ ਆਪਾਂ ਖੇਤਰਫਲ, ਕੁੱਲ ਸਤਹ ਦਾ ਖੇਤਰਫਲ ਅਤੇ ਆਇਤਨ ਬਾਰੇ ਕੀ ਹੈ ਗੱਲ ਕਰਾਂਗੇ। ਤਾਂ ਬੱਚੋ, ਮੈਂ ਇੱਥੇ ਆਕ੍ਰਿਤੀਆਂ ਦੀ ਗੱਲ ਕਰਾਂਗਾ ਪਹਿਲਾਂ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਕਿ ਇਹ ਕਿਹੜੀ ਆਕ੍ਰਿਤੀ ਹੈ, ਇੱਕ ਤ੍ਰਿਭੁਜ ਦੀ ਆਕ੍ਰਿਤੀ ਹੈ। ਇਹਨੂੰ ਤ੍ਰਿਭੁਜ ਵੀ ਕਹਿ ਸਕਦੇ, ਕਹਿੰਦੇ ਹਾਂ ਆਪਾਂ, ਤਿਕੋਣ ਵੀ ਕਹਿੰਦੇ ਹਾਂ। ਤ੍ਰਿਭੁਜ ਤਾਂ ਕਹਿੰਦੇ ਕਿਉਂਕਿ ਇਹਦੇ 3 ਭੁਜਾਵਾਂ ਹੈ। ਤਿਕੋਣ ਤਾਂ ਕਹਿੰਦੇ ਕਿਉਂਕਿ ਇਹਦੇ ਕੀ ਹੈ, 3 ਕੋਣ ਹੁੰਦੇ ਆ। ਤਾਂ ਹੁਣ ਇਹਦੇ ਵਿੱਚ ਕੀ ਆਪਾਂ ਪਰਿਮਾਪ ਦੀ ਗੱਲ ਕਰੀਏ ਤਾਂ ਪਰਿਮਾਪ ਅਸਲ ਦੇ ਵਿੱਚ ਹੁੰਦਾ ਕੀ ਹੈ, ਜਿਹੜੀਆਂ ਬਾਹਰਲੀਆਂ ਭੁਜਾਵਾਂ ਹੈ, ਜੇ ਮੰਨ ਲਓ ਇਸ ਬਿੰਦੂ ਤੋਂ ਸ਼ੁਰੂਆਤ ਕਰੀਏ ਪਰਿਮਾਪ ਦੀ ਆਪਾਂ, ਤਾਂ ਕੀ ਹੈ, ਬਾਹਰਲੀ ਭੁਜਾਵਾਂ ਦਾ ਜਿਹੜਾ ਜੋੜ ਹੁੰਦਾ ਉਹ ਕੀ ਹੁੰਦਾ, ਪਰਿਮਾਪ। ਇਹਦੇ ਵਿੱਚ ਕੀ ਹੈ, ਜਿਵੇਂ 3 ਭੁਜਾਵਾਂ ਦੀ ਲੰਬਾਈ ਹੈ ABC, ਤਾਂ ਇਹ ਕੀ ਹੋਏਗਾ, ਇਹਦਾ ਪਰਿਮਾਪ। ਇਸੇ ਤਰ੍ਹਾਂ ਜੇ ਆਪਾਂ ਖੇਤਰਫਲ ਦੀ ਗੱਲ ਕਰੀਏ ਤਾਂ ਉਹ ਕੀ ਹੈ, ਵਿੱਚ ਵਾਲਾ ਹਿੱਸਾ ਹੁੰਦਾ। ਮੰਨ ਲਓ ਨੋਰਮਲੀ ਕੋਈ, ਜੇ ਮੰਨ ਲਓ ਆਪਾਂ ਧਾਗਾ ਸਿੱਟਦੀ ਹੈ, ਇੱਥੇ ਇਹ ਧਾਗਾ ਕੀ ਹੈ, ਬੰਦ ਆਕ੍ਰਿਤੀ ਦੇ ਵਿੱਚ ਕੀ ਹੈ, ਇੱਕ ਇੱਥੇ ਜਿਵੇਂ ਗੰਢ ਨੋਟ ਵਗੈਰਾ ਹੈਗੀ ਹੈ। ਤਾਂ ਅਸਲ ਦੇ ਵਿੱਚ ਪਰਿਮਾਪ ਕੀ ਹੁੰਦਾ ਕਿ ਇੱਥੋਂ ਲੈ ਕੇ ਜਿਹੜੀ ਆ ਕੁੱਲ ਲੰਬਾਈ ਹੈ, ਇਸ ਦੀ ਸੀਮਾ ਦੀ ਜਿਹੜੀ ਲੰਬਾਈ ਹੈ ਉਸ ਨੂੰ ਪਰਿਮਾਪ ਬੋਲਦੇ ਹੈ। ਅਤੇ ਜਿਹੜਾ ਵਿੱਚ ਵਾਲਾ ਹਿੱਸਾ ਹੋ ਗਿਆ ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ, ਖੇਤਰਫਲ। ਇਸੇ ਤਰ੍ਹਾਂ ਤ੍ਰਿਭੁਜ ਦਾ ਜਿਹੜਾ ਖੇਤਰਫਲ ਹੈਗਾ ਉਹ ਆ ਵਿੱਚ ਵਾਲਾ ਪੋਰਸ਼ਨ ਹੋ ਗਿਆ, ਠੀਕ ਹੈ। ਇਹ ਖੇਤਰਫਲ ਕੀ ਹੋਏਗਾ, ਇਹਦਾ ਫੋਰਮੂਲਾ ਕੀ ਹੈ, 1/2 ਲੰਬ ਗੁਣਾ ਆਧਾਰ। ਤਾਂ ਇੱਥੇ ਲੰਬ ਕਿੰਨਾ, ਲੰਬ ਯਾਨੀ ਕਿ ਆਹ H ਹੈ, ਹਾਈਟ ਹੈ। ਆਧਾਰ ਬੇਸ ਕਿੰਨਾ ਹੈਗਾ, B ਹੈ। ਬੱਚੋ, ਕਈ ਵਾਰੀ ਕੀ ਹੈ, ਪੇਪਰ ਦੇ ਵਿੱਚ ਆ ਜਾਂਦਾ ਹੈਗਾ, ਇੱਥੇ ABC ਆ ਗਿਆ ਤਾਂ ਆਪਾਂ ਨੂੰ ਆਹ ਚੀਜ਼ ਪੁੱਛ ਲੈਂਦੇ ਆ। ਤਾਂ ਇਹਦਾ ਖੇਤਰਫਲ ਦੱਸੋ, ਕਹਿਣਗੇ ਕੀ ਹੈ, ਜ਼ਰੂਰੀ ਨਹੀਂ ਗਾ ਕਿ 1/2 H ਗੁਣਾ B ਹੋਏਗਾ। ਆਪਾਂ ਇਹ ਦੇਖਣਾ ਕਿ ਲੰਬ ਕਿੱਥੇ ਪੈਂਦਾ ਪਿਆ, ਆਧਾਰ ਕੀ ਹੈਗਾ, ਅਤੇ ਇਹਦਾ ਖੇਤਰਫਲ ਕੀ ਹੋਏਗਾ, 1/2
ਐਚ ਗੁਣਾ ਏ ਹੋਏਗਾ ਉਦੋਂ। ਤੇ ਜੇਕਰ ਇੱਥੇ ਕੀ ਹੈ ਕੋਈ ਹੋਰ ਮੁੱਲ ਲਿਖਿਆ ਆ ਜਾਂਦਾ ਤਾਂ ਲੰਬ ਦਾ ਇਹੀ ਹੈ, ਜਿਹੜਾ ਵੀ ਮੁੱਲ ਲਿਖਿਆ ਹੋਏਗਾ ਉਹ ਆਪਾਂ ਇੱਥੇ ਲਿਖਣਾ ਹੈ ਖੇਤਰਫਲ ਵੇਲੇ। ਕਈ ਵਾਰੀ ਬੱਚੇ ਕੀ ਹੈ ਇਕੱਲਾ ਆਹ ਫਾਰਮੂਲਾ ਲਿਖ ਜਾਂਦੇ ਆ, ਉਹ ਬਰਾਬਰ ਪਾ ਕੇ ਦੱਸਣਾ ਵੀ ਹੋਏਗਾ ਕਿ ਇਹ ਖੇਤਰਫਲ ਦਾ ਫਾਰਮੂਲਾ ਲਿਖਿਆ, ਤਾਂ ਖੇਤਰਫਲ ਬਰਾਬਰ 1/2 ਲੰਬ ਗੁਣਾ ਆਧਾਰ। ਇਸ ਤੋਂ ਬਾਅਦ ਬੱਚੇ ਦੂਸਰੀ ਆਕ੍ਰਿਤੀ ਕਾਹਦੀ ਹੈਗੀ ਇਹ ਆਇਤ ਦੀ। ਤਾਂ ਆਇਤ ਦੇ ਵਿੱਚ ਕੀ ਹੈ 90 ਡਿਗਰੀ ਦੇ ਕੋਣ ਹੁੰਦੇ ਚਾਰੋਂ, ਇੱਕ ਆਹ ਕੀ ਹੈ ਲੰਬਾਈ ਹੈ ਤੇ ਦੂਸਰਾ ਕੀ ਹੈ ਚੌੜਾਈ ਹੈ। ਤਾਂ ਇਸ ਦੇ ਪਰਿਮਾਪ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਕ ਬਿੰਦੂ ਤੋਂ ਸ਼ੁਰੂਆਤ ਕਰੀਏ ਤਾਂ ਸਾਰੇ ਭੁਜਾਵਾਂ ਦਾ ਜੋੜ ਹੁੰਦਾ। ਤਾਂ ਆਇਤ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਆਮੋ ਸਾਹਮਣੇ ਵਾਲੇ ਭੁਜਾਵਾਂ ਦੀ ਲੰਬਾਈ ਕੀ ਹੁੰਦੀ ਹੈ ਬਰਾਬਰ। ਜੇ ਇਹ ਕੀ ਹੈ ਐਲ ਹੈ ਤੇ ਇਹਨੂੰ ਵੀ ਆਪਾਂ ਐਲ ਮੰਨਾਂਗੇ, ਜੇ ਆਹ ਬੀ ਹੈ ਤੇ ਇਹਨੂੰ ਵੀ ਆਪਾਂ ਬੀ ਮੰਨਾਂਗੇ। ਤਾਂ ਇਸ ਲਈ ਇਹਦਾ ਪਰਿਮਾਪ ਕੀ ਹੈ ਐਲ ਪਲੱਸ ਬੀ ਪਲੱਸ ਐਲ ਪਲੱਸ ਬੀ, ਯਾਨੀ ਕਿ ਇਹਨੂੰ ਆਪਾਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਐਲ ਪਲੱਸ ਬੀ ਨੂੰ ਜੋੜ ਲਈਏ ਇੱਕ ਵਾਰੀ ਆਪਾਂ, ਇਸ ਦਾ ਦੁੱਗਣਾ ਕਰ ਦਈਏ ਤਾਂ ਇਹ ਅਸਲ ਦੇ ਵਿੱਚ ਇਸ ਦਾ ਘੇਰਾ ਆ ਜਾਏਗਾ ਪਰਿਮਾਪ ਹੈ, ਯਾਨੀ ਕਿ ਐਲ ਪਲੱਸ ਬੀ ਇਹਨੂੰ ਇੱਕ ਵਾਰੀ ਜੋੜਨ ਤੋਂ ਬਾਅਦ ਉਹਦਾ ਕੀ ਕਰ ਦੇਣਾ ਆਪਾਂ ਦੁੱਗਣਾ ਕਰ ਦੇਣਾ, 2 ਨਾਲ ਗੁਣਾ ਕਰ ਦਾਂਗੇ। ਤਾਂ ਇਸ ਤਰ੍ਹਾਂ ਖੇਤਰਫਲ ਦੀ ਜੇ ਆਪਾਂ ਗੱਲ ਕਰੀਏ ਤਾਂ ਜਿੱਥੇ ਜਿਵੇਂ 90 ਡਿਗਰੀ ਕੋਣ ਬਣਦਾ ਪਿਆ ਤਾਂ ਲੰਬਾਈ ਗੁਣਾ ਚੌੜਾਈ ਦਾ ਫਾਰਮੂਲਾ ਹੁੰਦਾ ਹੈ ਲੰਬਾਈ ਗੁਣਾ ਚੌੜਾਈ, ਤਾਂ ਐਲ ਗੁਣਾ ਬੀ ਇਸ ਆਇਤ ਦਾ ਕੀ ਆ ਗਿਆ ਖੇਤਰਫਲ। ਬੱਚੋ ਮੈਂ ਇੱਥੇ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਕਿ ਇਹ ਅਸਲ ਦੇ ਵਿੱਚ ਕੀ ਹੈ ਬੰਦ ਆਕ੍ਰਿਤੀ ਹੈ। ਇਹ ਇਸ ਤਰ੍ਹਾਂ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਧਾਗੇ ਦੀ ਗੱਲ ਕੀਤੀ ਹੈ, ਤਾਂ ਉਹ ਇਸ ਤਰ੍ਹਾਂ ਨਹੀਂ ਹੈਗਾ ਕਿ ਉਹ ਧਾਗਾ ਇਸ ਤਰ੍ਹਾਂ ਦੀ ਸ਼ਕਲ ਦਾ ਹੋਏਗਾ ਇਸ ਤਰ੍ਹਾਂ ਵੀ ਡਿੱਗਿਆ, ਇਹ ਅਸਲ ਦੇ ਵਿੱਚ ਬੰਦ ਆਕ੍ਰਿਤੀ ਨਹੀਂ ਹੈ। ਆਪਾਂ ਕੀ ਹੈ ਬਾਹਰਲੇ ਘੇਰੇ ਦੀ ਗੱਲ ਕਰਾਂਗੇ, ਜਿਵੇਂ ਇੱਕ ਕ੍ਰਿਕਟ ਮੈਦਾਨ ਹੈ ਉੱਥੇ ਕੀ ਹੈ ਬਾਹਰ ਰੱਸੀ ਹੁੰਦੀ ਹੈ, ਤਾਂ ਉਹ ਰੱਸੀ ਦੀ ਜਿਹੜੀ ਲੰਬਾਈ ਹੈ ਉਹ ਅਸਲ ਦੇ ਵਿੱਚ ਕੀ ਹੈ ਪਰਿਮਾਪ ਹੈ। ਤਾਂ ਜਿੱਥੇ ਉਹ ਖੇਡਦੇ ਆ ਖਿਡਾਰੀ ਖੇਡਦੇ ਆ ਤਾਂ ਉਹ ਕੀ ਹੁੰਦਾ ਖੇਤਰਫਲ ਹੁੰਦਾ। ਤਾਂ ਇਸ ਲਈ ਤੁਹਾਨੂੰ ਇਸ ਚੈਪਟਰ ਨੂੰ ਅੰਡਰਸਟੈਂਡ ਕਰਨ ਲਈ ਕੀ ਹੈ ਹਰੇਕ ਡਾਇਗਰਾਮ ਨੂੰ ਧਿਆਨ ਨਾਲ ਸਮਝਣਾ ਪਏਗਾ, ਕਿਉਂਕਿ ਇਹ ਚੈਪਟਰ ਬੱਚੇ ਦੇਖੋ ਹਰੇਕ ਕਲਾਸਾਂ ਵਿੱਚ ਹੈਗਾ, ਜਿਵੇਂ 6 ਤੋਂ ਸਟਾਰਟ ਹੋ ਜਾਂਦਾ ਹੈ। ਇਹ 8 ਚੈਪਟਰ ਦੇ ਵਿੱਚ ਆਪਾਂ ਜਿਹੜੇ ਟੌਪਿਕਸ ਕਰਾਂਗੇ ਉਹ ਤਾਂ ਹੈਗੇ ਹੀ ਹੈ। 9th ਵਿੱਚ ਕੀ ਹੈ ਇਸ ਤਰ੍ਹਾਂ ਦੀਆਂ ਆਕ੍ਰਿਤੀ ਆ ਜਾਣਗੀਆਂ, ਆ ਵੀ ਆਉਣਗੀਆਂ, ਮਤਲਬ ਇਹਨਾਂ ਦੀ ਅੱਗੋਂ ਡਿਟੇਲ ਹੋਏਗੀ। ਤਾਂ 10th ਕਲਾਸ ਵਿੱਚ ਵੀ ਕੀ ਹੈ ਇਹ ਚੈਪਟਰ ਹੋਏਗਾ। ਤਾਂ ਇਸ ਲਈ ਬੜੇ ਹੀ ਧਿਆਨ ਨਾਲ ਬਾਕੀ ਆਕ੍ਰਿਤੀਆਂ ਨੂੰ ਵੀ ਧਿਆਨ ਨਾਲ ਸਮਝਦੇ ਹੋਏ ਇਹਨਾਂ ਦੇ ਫਾਰਮੂਲੇ ਨੂੰ ਧਿਆਨ 'ਚ ਰੱਖਣਾ ਹੈਗਾ। ਇਹਨਾਂ ਨੂੰ ਜੇ ਤੁਸੀਂ ਨੋਟ ਕਰਨਾ ਹੈ ਤਾਂ ਵੀਡੀਓ ਨੂੰ ਪੌਜ਼ ਕਰਕੇ ਨੋਟ ਕਰ ਸਕਦੇ ਹੋ। ਤਾਂ ਐਗਜ਼ਾਮ ਦਾ ਟਾਈਮ ਹੈ, ਜੇ ਇਹਨੂੰ ਨੋਟ ਨਹੀਂ ਵੀ ਕਰਨਾ ਚਾਹੁੰਦੇ ਤਾਂ ਮਾਈਂਡ ਦੇ ਵਿੱਚ ਇਹਨੂੰ ਕੀ ਹੈ ਰੱਖੋ। ਇਸ ਤੋਂ ਬਾਅਦ ਆਪਾਂ ਠੋਸ ਆਕ੍ਰਿਤੀਆਂ ਦੀ ਵੀ ਗੱਲ ਕਰਾਂਗੇ। ਹਾਂਜੀ ਬੱਚੋ, ਇਸ ਤੋਂ ਬਾਅਦ ਆ ਜਾਂਦਾ ਹੈਗਾ ਆਪਣੇ ਕੋਲ ਅਗਲੀ ਆਕ੍ਰਿਤੀ ਹੈਗੀ ਹੈ, ਜਿਵੇਂ ਆਪਾਂ ਨੂੰ ਪਤਾ ਹੈ ਇਹ ਏ ਤੇ ਏ ਲਿਖਿਆ ਹੋਇਆ, ਮਤਲਬ ਯਾਨੀ ਕਿ ਇਹ ਕਿਹੜੀ ਆਕ੍ਰਿਤੀ ਹੈ ਵਰਗ ਦੀ ਹੈ। ਇਹਦੇ ਵਿੱਚ ਕੀ ਹੈ 90 ਡਿਗਰੀ ਕੋਣ ਹੁੰਦਾ, ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ, ਜੇ ਆ ਏ ਹੈ ਤਾਂ ਆ ਵੀ ਏ ਹੋਏਗਾ, ਸਾਰੀਆਂ ਭੁਜਾਵਾਂ ਜੇ ਬਰਾਬਰ ਹੈਗੀਆਂ ਤਾਂ ਇਹਦਾ ਕੀ ਆਪਾਂ ਪਰਿਮਾਪ ਦੀ ਗੱਲ ਕਰੀਏ, ਸੇਮ ਪਰਿਮਾਪ ਕੀ ਹੁੰਦਾ ਹੈਗਾ ਸਾਰੀਆਂ ਭੁਜਾਵਾਂ ਦਾ ਜੋੜ। ਤਾਂ ਏ ਪਲੱਸ ਏ ਪਲੱਸ ਏ ਪਲੱਸ ਏ ਆਪਾਂ ਚਾਰੋਂ ਭੁਜਾਵਾਂ ਨੂੰ ਕੀ ਹੈ ਜੋੜ ਦਈਏ ਤਾਂ ਕੀ ਬਣ ਜਾਏਗਾ ਇਹ 4a। ਤਾਂ ਇਹਨੂੰ ਆਪਾਂ 4 ਗੁਣਾ ਭੁਜਾ ਵੀ ਲਿਖ ਸਕਦੇ ਹਾਂ, ਕਿਉਂਕਿ ਆਪਣੇ ਕੋਲ ਇੱਕ ਭੁਜਾ ਦੀ ਲੰਬਾਈ ਕਿੰਨੀ ਹੈ a ਹੈ। ਇਸੇ ਤਰ੍ਹਾਂ ਖੇਤਰਫਲ ਕੀ ਹੁੰਦਾ ਲੰਬਾਈ ਗੁਣਾ ਚੌੜਾਈ, ਜਿਵੇਂ ਆਇਤ ਦੇ ਵਿੱਚ ਸੀਗਾ ਉਵੇਂ ਕੀ ਹੈ ਭੁਜਾ ਗੁਣਾ ਭੁਜਾ, a ਗੁਣਾ a ਬਰਾਬਰ a ਸਕੁਏਅਰ, ਭੁਜਾ ਗੁਣਾ ਭੁਜਾ ਬਰਾਬਰ ਭੁਜਾ ਦਾ ਵਰਗ। ਠੀਕ ਹੈ, ਕਿਉਂਕਿ ਇੱਥੇ ਕੀ ਹੈ ਅਸਲ ਦੇ ਵਿੱਚ ਜਿਵੇਂ ਭੁਜਾ ਦੀ ਲੰਬਾਈ ਹੈਗੀ ਹੈ ਇੱਥੇ a ਹੈ, a ਗੁਣਾ a। ਇੱਥੇ ਇੱਕ ਚੀਜ਼ ਮੈਂ ਦੱਸਣਾ ਚਾਹੁੰਦਾ, ਇੱਧਰ ਆਪਾਂ ਜੋੜ ਕੇ ਅਤੇ ਇੱਧਰ ਆਪਾਂ ਗੁਣਾ ਕੀਤੀ ਹੈ ਤਾਂ a ਪਲੱਸ a ਕਿੰਨਾ ਹੁੰਦਾ 2a। ਜਦੋਂ ਆਪਾਂ ਗੁਣਾ ਕਰਦੇ ਹਾਂ ਤਾਂ ਇਹ ਕੀ ਹੈ ਇਹਦੀ ਘਾਤ ਬਣ ਜਾਂਦੀ ਹੈ, ਮਤਲਬ ਘਾਤਾਂ ਦਾ ਕੀ ਆਪਾਂ ਜੋੜ ਕਰ ਦੇਣਾ ਹੁੰਦਾ। ਇਸ ਲਈ ਇਸ ਚੀਜ਼ ਨੂੰ ਕੀ ਹੈ ਧਿਆਨ 'ਚ ਰੱਖਣਾ ਹੈਗਾ। ਇਹ ਅੱਗੋਂ ਵੀ ਤੁਹਾਨੂੰ ਕੀ ਹੈ ਇਹ ਗੱਲ ਅੱਗੇ ਵੀ ਹੈਲਪਫੁਲ ਰਹੇਗੀ, ਜਿਵੇਂ ਕਿ ਘਾਤ ਅਤੇ ਘਾਤਾਂਕ ਆਪਾਂ ਚੈਪਟਰ ਕਰਾਂਗੇ। ਤਾਂ ਇਸ ਤੋਂ ਬਾਅਦ ਆ ਜਾਂਦਾ ਹੈਗਾ ਇਹ ਡਾਇਗਰਾਮ ਕਾਹਦੀ ਹੈਗੀ ਹੈ ਸਮਾਂਤਰ ਚਤੁਰਭੁਜ ਦੀ ਹੈ, ਸਮਾਂਤਰ ਚਤੁਰਭੁਜ ਜਿਸ ਵਿੱਚ ਆਧਾਰ ਕੀ ਹੈ b ਹੈ ਅਤੇ ਲੰਬ ਆਪਾਂ h ਲਿਖ ਲਈਏ ਤਾਂ ਇੱਕ ਆਇਤ ਨੂੰ ਟੇਢਾ ਰੂਪ ਦਿੱਤਾ ਗਿਆ, ਤਾਂ ਇੱਕ ਲੰਬਾਈ ਹੈਗੀ ਹੈ a। ਤਾਂ ਸਮਾਂਤਰ ਚਤੁਰਭੁਜ ਵਿੱਚ ਆਪਾਂ ਨੂੰ ਪਤਾ ਹੈ ਕਿ ਸਨਮੁਖ ਭੁਜਾਵਾਂ ਦੀ ਲੰਬਾਈ ਬਰਾਬਰ ਹੈ। ਜੇਕਰ ਆ b ਹੈ ਅਤੇ ਆ ਵੀ b ਹੈ, ਦੂਸਰੇ ਪਾਸੇ a ਹੈ ਅਤੇ ਆ ਵੀ ਕਿੰਨੀ ਹੋਏਗੀ a। ਤਾਂ ਪਰਿਮਾਪ ਕੀ ਹੋਏਗਾ ਸਾਰੀਆਂ ਭੁਜਾਵਾਂ ਦਾ ਜੋੜ, 2 ਵਾਰੀ b ਹੈ 2 ਵਾਰੀ a ਹੈ, ਜਾਂ ਇਹਨੂੰ ਇਹ ਸਮਝ ਲਓ ਕਿ a ਪਲੱਸ b ਕਰਕੇ ਉਸ ਤੋਂ ਬਾਅਦ ਇਹਨਾਂ ਦੋਨਾਂ ਜੋੜ ਕਰਕੇ ਇਹਦਾ ਦੁੱਗਣਾ ਕਰ ਦਿਓ,
A + B ਕਰਕੇ ਇਸ ਦਾ ਦੁੱਗਣਾ। ਜਿਸ ਤਰ੍ਹਾਂ ਆਇਤ ਦਾ ਆਪਾਂ ਪਰਿਮਾਪ ਕੀਤਾ ਸੀਗਾ, ਸੇਮ ਉਸੇ ਤਰ੍ਹਾਂ ਸਮਾਂਤਰ ਚਤੁਰਭੁਜ ਦਾ ਪਰਿਮਾਪ ਵੀ ਇਸੇ ਤਰ੍ਹਾਂ ਹੀ ਲਿਖਣਾ। 2AL + B ਸੀ ਨਾ ਜਿਵੇਂ ਇੱਥੇ, ਉਸੇ ਤਰ੍ਹਾਂ 2A + B ਹੈ। ਤਾਂ ਜੇ ਖੇਤਰਫਲ ਦੀ ਗੱਲ ਕਰੀਏ ਤਾਂ ਆਧਾਰ ਗੁਣਾ ਲੰਬ ਇਹਦਾ ਫਾਰਮੂਲਾ ਹੁੰਦਾ। ਤਾਂ ਇੱਥੇ ਆਧਾਰ ਕੀ ਹੈਗਾ, B ਹੈ, ਲੰਬ ਕੀ ਹੈਗਾ ਇੱਥੇ, H ਹੈ। ਠੀਕ ਹੈ, ਤਾਂ ਅਸਲ ਦੇ ਵਿੱਚ ਇਹ ਫਾਰਮੂਲਾ ਉਹੀ ਹੈ, ਆਇਤ ਵਾਲਾ ਹੀ ਹੈ। ਆਇਤ ਵਿੱਚ ਜਿਵੇਂ ਲੰਬਾਈ ਗੁਣਾ ਚੌੜਾਈ ਸੀ। ਤਾਂ ਜੇ ਆਪਾਂ ਇਹਨੂੰ ਇੱਕ ਐਕਸਪੈਰੀਮੈਂਟ ਤੌਰ 'ਤੇ ਦੇਖੀਏ ਤਾਂ ਇੱਕ ਆਪਣੇ ਕੋਲ ਸਮਾਨਤਾ ਚਤੁਰਭੁਜ ਹੈ, ਇੱਕ ਪੇਪਰ ਨੂੰ ਆਪਾਂ ਕੱਟ ਕਰਕੇ ਸਮਾਨਤਾ ਚਤੁਰਭੁਜ ਬਣਾ ਲਿਆ। ਤਾਂ ਉਸ ਤੋਂ ਬਾਅਦ ਇਸ ਲਾਈਨ ਦੇ ਅਲੋਂਗ, ਲੰਬ ਦੇ ਅਲੋਂਗ ਇਹਨੂੰ ਕੀ ਆਪਾਂ ਜੇ ਕੱਟ ਕਰਦੇ ਹਾਂ, ਕੱਟ ਕਰਨ ਤੋਂ ਬਾਅਦ ਇਹ ਆਕ੍ਰਿਤੀ ਕਿਸ ਤਰ੍ਹਾਂ ਦੀ ਬਣ ਜਾਏਗੀ, ਆਹ ਵਾਲੀ ਆਕ੍ਰਿਤੀ ਰਹਿ ਜਾਣੀ ਹੈ। ਜਿਹੜਾ ਆਹ ਕੱਟਿਆ ਹੋਇਆ ਭਾਗ ਹੈ ਇਹ ਆਪਾਂ ਇੱਧਰਲੇ ਪਾਸੇ ਨਾਲ ਆਪਾਂ ਜੇ ਜੋੜ ਦਈਏ ਤਾਂ ਅਸਲ ਦੇ ਵਿੱਚ ਇਹ ਲੰਬ ਗੁਣਾ ਆਧਾਰ ਹੀ ਆ ਗਿਆ, ਕਿਉਂਕਿ ਆਹ ਕੀ ਸੀ, B ਸੀ। ਤਾਂ ਇਹ ਵਾਲਾ ਹਿੱਸਾ ਜਿਹੜਾ B ਪੂਰਾ ਬਣਾਉਣ ਵਾਸਤੇ ਆ B ਪੂਰਾ ਹੀ ਬਣ ਗਿਆ ਨਾ, ਕਿਉਂਕਿ ਅੱਧਾ ਹਿੱਸਾ ਜਿਹੜਾ ਹੈਗਾ ਉਹ ਇੱਧਰ ਚਲਾ ਗਿਆ। ਤਾਂ ਅਸਲ ਦੇ ਵਿੱਚ ਆਧਾਰ ਗੁਣਾ ਲੰਬ ਹੀ ਇਹਦਾ ਫਾਰਮੂਲਾ ਇਹ ਬਣ ਗਿਆ। ਉਸ ਤੋਂ ਬਾਅਦ ਆਪਾਂ ਜੇ ਚੱਕਰ ਦੀ ਗੱਲ ਕਰੀਏ, ਚੱਕਰ ਦਾ ਕੇਂਦਰ ਹੈ, ਇਹ ਚੱਕਰ ਦਾ ਅਰਧ ਵਿਆਸ ਹੈ। ਤਾਂ ਚੱਕਰ ਦਾ ਪਰਿਮਾਪ ਲਈ ਆਪਾਂ ਕੀ ਫਾਰਮੂਲਾ ਲਗਾਉਣਾ ਹੈ, 2πr। ਤਾਂ ਖੇਤਰਫਲ ਕੀ ਹੁੰਦਾ, πr²। ਤਾਂ ਕੋਈ ਵੀ ਗੋਲਾਈ ਵਾਲੀ ਚੀਜ਼ ਦੇ ਲਈ ਕੀ ਹੈ, ਪਾਈ ਦੀ ਵਰਤੋਂ ਹੁੰਦੀ ਹੈ। ਪਾਈ ਦਾ ਮੁੱਲ ਹੁੰਦਾ 22/7। ਬੱਚੋ ਇਸ ਨੂੰ ਬਰਾਬਰ ਨਹੀਂ ਪਾਵਾਂਗੇ, ਇੱਥੇ ਆ ਨਿਸ਼ਾਨ ਸਿਮਿਲੈਰਿਟੀ ਦਾ ਹੈ, ਲਗਭਗ ਇਹਦੇ ਬਰਾਬਰ ਦਾ ਆਨਸਰ ਹੁੰਦਾ। ਇਹਦਾ ਇੱਕ ਹੋਰ ਮੁੱਲ ਹੁੰਦਾ 3.14, ਇੱਕ ਹੋਰ ਮੁੱਲ ਹੁੰਦਾ 355/113। ਵੈਸੇ ਤਾਂ ਮੁੱਲ ਹੋਰ ਵੀ ਬਾਅਦ ਵਿੱਚ ਕੀ ਆਏ ਹੈ, ਪਰ ਤੁਸੀਂ ਕੀ ਹੈ, ਮੇਨ ਬੇਸਿਕਲੀ ਆਹੀ ਦੋ ਫਾਰਮੂਲੇ ਜਿਹੜੇ ਹੈਗੇ ਇਹਨਾਂ ਨੂੰ ਦਿਮਾਗ 'ਚ ਰੱਖਣਾ, ਇਹੀ ਵਰਤੇ ਜਾਂਦੇ ਆ। ਜੇਕਰ ਪਾਈ ਦਾ ਮੁੱਲ ਦਿੱਤਾ ਤਾਂ ਤੁਸੀਂ ਇਹ ਵਰਤੋਗੇ, ਜੇ ਮੁੱਲ ਨਹੀਂ ਦਿੱਤਾ ਹੋਇਆ ਤਾਂ ਤੁਸੀਂ 22/7 ਵਰਤਣਾ। ਬੱਚੋ ਇੱਕ ਸਵਾਲ ਆ ਜਾਂਦਾ ਕਈ ਵਾਰ ਕਿ ਜਿਵੇਂ ਮੰਨ ਲਓ ਚੱਕਰ ਦਾ ਅੱਧਾ ਹਿੱਸਾ ਲੈ ਲਈਏ ਆਪਾਂ, ਇਸ ਦਾ ਪਰਿਮਾਪ ਕਈ ਵਾਰੀ ਪੁੱਛ ਲੈਂਦੇ ਆ, ਪਰਿਮਾਪ ਕੀ ਹੈ। ਜੇਕਰ ਚੱਕਰ ਹੈ ਪੂਰੇ ਚੱਕਰ ਦਾ ਜਿਹੜਾ ਅਰਧ ਵਿਆਸ ਹੈ ਉਹ ਹੈਗਾ 7 ਸੈਂਟੀਮੀਟਰ। ਤਾਂ ਜੇ ਆਪਾਂ ਉਹਨੂੰ ਚੱਕਰ ਦੇ ਕੇਂਦਰ ਬਿੰਦੂ ਤੋਂ ਆਪਾਂ ਇਹਨੂੰ ਹਾਫ ਕਰ ਦਈਏ, ਭਾਵ ਕਿ ਇਹ ਇੱਕ ਵਿਆਸ ਵੀ ਇੱਥੇ ਆਪਾਂ ਅਟੈਚ ਕਰ ਲਈਏ, ਤਾਂ ਜੇ 7 ਇੱਧਰ ਲੰਬਾਈ ਤਾਂ 7 ਹੀ ਇੱਧਰ ਹੋਏਗੀ। ਤਾਂ ਆਹ ਲੰਬਾਈ ਕਿੰਨੀ ਆ ਗਈ, 14। ਤਾਂ ਇਹਦਾ ਅਰਧ ਵਿਆਸ ਕਿੰਨਾ ਹੈਗਾ, 7 ਹੈ। ਤਾਂ ਪਰਿਮਾਪ, ਹੁਣ ਇਹਦਾ ਪਰਿਮਾਪ ਕੀ ਹੋਊਗਾ, ਇੱਥੋਂ ਦੀ ਲੈ ਕੇ ਆਹ ਵਾਲੀ ਵਕਰ ਅਤੇ ਇਸ ਲੰਬਾਈ ਦਾ ਕੀ ਹੈ, ਜੋੜ ਦੇ ਬਰਾਬਰ ਹੋਏਗਾ। ਤਾਂ ਹੁਣ ਇਹਦੇ ਵਿੱਚ ਕੀ ਹੈ, ਚੱਕਰ ਵਿੱਚ ਆਪਾਂ ਕੀਤਾ ਵਕਰ ਕੀ ਹੈ, 2πr। ਅਤੇ ਜੇ ਆਪਾਂ ਹਾਫ ਕਰ ਦਾਂਗੇ ਤਾਂ ਉੱਪਰ ਹਾਫ ਦਾ ਕੀ ਰਹਿ ਜੂ, ਇਕੱਲਾ πr ਰਹਿ ਜੂਗਾ, ਆਹ ਵਾਲਾ ਹਿੱਸਾ πr ਹੋ ਗਿਆ। ਅਤੇ ਜਿਹੜੀ ਆਹ ਲੰਬਾਈ ਹੈਗੀ ਆ ਉਹ ਕਿੰਨੀ ਹੈਗੀ, 14। ਇਹ ਕੀ ਹੈ, ਵਿਆਸ ਹੈ, ਇਹਨਾਂ ਨੂੰ ਆਪਾਂ ਜੋੜ ਦੇਣਾ। ਪਾਈ ਦਾ ਮੁੱਲ 22/7 ਹੈ, ਆਰ ਕਿੰਨਾ ਹੈਗਾ, ਅਰਧ ਵਿਆਸ 7 ਹੈ, ਪਲੱਸ ਡੀ ਦਾ ਮੁੱਲ ਕੀ ਹੈ, ਉਹ ਕੀ ਹੈ, 7 + 7 14। ਇੱਧਰੋਂ 7 ਨਾਲ 7 ਕੀ ਹੈ, ਕੱਟਿਆ ਗਿਆ, 22 + 14 ਕਰ ਦਾਂਗੇ ਤਾਂ ਕਿੰਨਾ ਬਣ ਜੂ, ਇਹ 36 ਸੈਂਟੀਮੀਟਰ। ਤਾਂ ਜੇਕਰ ਇਹਦਾ ਖੇਤਰਫਲ ਆ ਗਿਆ ਤਾਂ ਚੱਕਰ ਦਾ ਪੂਰੇ ਦਾ ਖੇਤਰਫਲ πr² ਹੁੰਦਾ, ਅਤੇ ਹਾਫ ਦਾ ਕੀ ਹੋਏਗਾ, ਖੇਤਰਫਲ πr²/2। ਇਸ ਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਹਾਫ ਕਰਨਾ πr² ਦਾ, ਪਾਈ ਦਾ ਮੁੱਲ 22/7, ਆਰ ਇੱਥੇ ਆਰ ਕਿੰਨੀ ਹੈ, 7 ਹੈ, ਸਕੇਅਰ ਹੈ, 7 × 7 ਕਰ ਦਾਂਗੇ ਤਾਂ ਇੱਕ 7 ਨਾਲ 7 ਕੱਟਿਆ ਗਿਆ, 2 ਨੂੰ 22 ਨਾਲ ਕੱਟਾਂਗੇ ਤਾਂ 11, ਤਾਂ ਇਹ ਕਿੰਨਾ ਆ ਗਿਆ, 77। ਬੱਚੋ ਜਿਹੜਾ ਵੀ ਖੇਤਰਫਲ ਹੁੰਦਾ ਨਾ, ਇਹ ਸੈਂਟੀਮੀਟਰ ਜਾਂ ਮੀਟਰ ਜਾਂ ਕੁਛ ਵੀ ਦਿੱਤਾ ਹੋਵੇ, ਇਹਦੀ ਘਾਤ 2 ਦੇ ਵਿੱਚ ਲਿਖਿਆ ਜਾਂਦਾ। ਪਰਿਮਾਪ ਦੇ ਵਿੱਚ ਕੀ ਹੈ, ਇਹ ਨੋਰਮਲ ਇਕਾਈ ਹੁੰਦੀ, ਜੇ ਮੀਟਰ ਹੈ ਤਾਂ ਮੀਟਰ ਵਿੱਚ ਜਵਾਬ ਦੇਣਾ, ਸੈਂਟੀਮੀਟਰ ਤਾਂ ਸੈਂਟੀਮੀਟਰ ਵਿੱਚ ਜਵਾਬ ਦੇਣਾ। ਖੇਤਰਫਲ ਵਿੱਚ ਘਾਤ 2 ਹੁੰਦੀ ਹੈ। ਇਸ ਤੋਂ ਬਾਅਦ ਜਦੋਂ ਆਪਾਂ ਠੋਸ ਆਕ੍ਰਿਤੀਆਂ ਕਰਾਂਗੇ ਉਹਦੇ ਵਿੱਚ ਘਾਤ 3 ਆ ਜਾਂਦੀ ਹੈ, ਜਦੋਂ ਆਪਾਂ ਆਇਤਨ ਦੀ ਗੱਲ ਕਰਾਂਗੇ। ਬੱਚੋ ਇਸ ਤੋਂ ਬਾਅਦ ਦੋ ਹੋਰ ਮੈਂ ਇੱਥੇ ਆਕ੍ਰਿਤੀਆਂ ਬਣਾਈਆਂ। ਵਰਗ ਦਾ ਖੇਤਰਫਲ ਪਤਾ ਕਰਨਾ ਹੋਵੇ, ਜੇਕਰ ਆਪਾਂ ਵੈਸੇ ਆਪਾਂ ਵਰਗ ਦਾ ਖੇਤਰਫਲ ਕੀਤਾ ਹੈ, ਭੁਜਾ ਗੁਣਾ ਭੁਜਾ ਹੁੰਦਾ ਹੈ, ਪਰ ਜੇਕਰ ਕੀ ਹੈ ਵਿਕਰਨ ਦਿੱਤੇ ਹੋਣ ਤਾਂ ਉਹਦਾ ਫਿਰ ਕੀ ਖੇਤਰਫਲ ਹੋਏਗਾ। ਜੇ ਭੁਜਾਵਾਂ ਨਾ ਦਿੱਤੀਆਂ ਹੋਣ ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਹੈਗਾ ਵਰਗ ਹੈ, ਵਰਗ ਦੇ ਵਿਕਰਨ ਆਪਸ ਵਿੱਚ 90 ਡਿਗਰੀ ਦਾ ਕੋਣ ਬਣਾਉਂਦੇ ਹੈ। ਤਾਂ ਇਹਨਾਂ ਦੇ ਵਿਕਰਨਾਂ ਦੀ ਲੰਬਾਈ ਬਰਾਬਰ ਵੀ ਹੁੰਦੀ ਹੈ।
ਤਾਂ ਇਸ ਲਈ ਇਹਦਾ ਫਾਰਮੂਲਾ ਕੀ ਯਾਦ ਰੱਖਣਾ ਹੈਗਾ, 1/2 ਡੀ ਗੁਣਾ ਡੀ ਭਾਵ 1/2 ਡੀ ਸਕੁਅਰ। ਇਹ ਇਹਦਾ ਕੀ ਹੈ ਖੇਤਰਫਲ ਦਾ ਫਾਰਮੂਲਾ ਹੈ। ਜਿਹੜੀ ਇਹ ਲੰਬਾਈ ਇਹ ਅਸਲ ਦੇ ਵਿੱਚ ਕੀ ਹੈ, ਡੀ ਹੈ। ਠੀਕ ਹੈ, ਇੱਥੇ ਵਿਕਰਨ ਦੀ ਲੰਬਾਈ ਡੀ ਹੈ। ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦਾ ਹੈਗਾ ਸਮਚਤੁਰਭੁਜ ਦਾ ਖੇਤਰਫਲ। ਤਾਂ ਸਮਚਤੁਰਭੁਜ ਦੇ ਖੇਤਰਫਲ ਵਿੱਚ ਆਪਾਂ ਕੀ ਹੈ, ਇਹਦੇ ਵਿੱਚ ਸਮਾਂਤਰ ਸੀ, ਇੱਥੇ ਕੀ ਹੈ ਸਮਚਤੁਰਭੁਜ। ਸਮਚਤੁਰਭੁਜ ਕੀ ਹੈ, ਉਹ ਵਰਗ ਤੋਂ ਹੀ ਬਣਦਾ। ਜਦੋਂ ਇੱਥੇ ਵਰਗ ਦੇ ਵਿੱਚ 90 ਡਿਗਰੀ ਦਾ ਕੋਣ ਹੈ ਤਾਂ ਫਿਰ ਤਾਂ ਇਹ ਵਰਗ ਹੈ, ਸਾਰੇ ਭੁਜਾਵਾਂ ਦੀ ਲੰਬਾਈ ਬਰਾਬਰ ਹੈ। ਇੱਥੇ ਭੁਜਾਵਾਂ ਦੀ ਲੰਬਾਈ ਬਰਾਬਰ ਹੀ ਹੈ ਪਰ 90 ਡਿਗਰੀ ਦਾ ਕੋਣ ਨਹੀਂ ਹੈਗਾ, ਤਾਂ ਉਹਦੇ ਨਾਲ ਕੀ ਹੈ, ਇੱਕ ਵਿਕਰਨ ਛੋਟਾ ਹੋ ਜਾਏਗਾ, ਇੱਕ ਵਿਕਰਨ ਕੀ ਹੈ ਵੱਡਾ ਹੋ ਜਾਏਗਾ। ਇੱਥੇ ਜਿਹੜੇ ਵਿਕਰਨ ਹੈਗੇ ਆ ਉਹ ਕੀ ਹੈ, D1 ਅਤੇ D2 ਆਪਾਂ ਲੈ ਕੇ ਚੱਲਾਂਗੇ। ਇੱਕ ਵਿਕਰਨ ਦੀ ਲੰਬਾਈ D1 ਹੈ, ਦੂਸਰੇ ਵਿਕਰਨ ਦੀ ਲੰਬਾਈ D2 ਹੈ। ਠੀਕ ਹੈ, ਤਾਂ ਸਮਚਤੁਰਭੁਜ ਦਾ ਖੇਤਰਫਲ ਕੀ ਹੋਊਗਾ, 1/2। ਜਿਵੇਂ ਇਹਦੇ ਵਿੱਚ ਕੀਤਾ ਸੀ D ਗੁਣਾ D, ਉਸ ਤਰ੍ਹਾਂ ਇੱਥੇ ਦੋ ਵੱਖਰੇ ਵੱਖਰੇ ਹੈਗੇ ਆ ਡਾਇਗਨਲਸ ਵਿਕਰਨ, ਤਾਂ ਇੱਥੇ ਇਹਨਾਂ ਦੋਨਾਂ ਦੀ ਗੁਣਾ 1/2 D1 ਗੁਣਾ D2 ਆ ਜਾਏਗਾ। ਬੱਚਿਓ ਹੁਣ ਮੈਂ ਇੱਥੇ 3 ਡਾਇਗਰਾਮਸ ਬਣਾਈਆਂ। ਤਾਂ ਦੇਖੋ ਸਭ ਤੋਂ ਪਹਿਲਾਂ ਕੀ ਹੈਗਾ ਕਿ ਇਹ ਕੋਈ ਆਕ੍ਰਿਤੀ ਹੈ, ਆਪਾਂ ਨੂੰ ਨਹੀਂ ਪਤਾ ਇਹ ਹੈਗੀ ਚਤੁਰਭੁਜ ਹੈ। ਤਾਂ ਇਸ ਦਾ ਜੇ ਖੇਤਰਫਲ ਪਤਾ ਕਰਨ ਨੂੰ ਕਹਿ ਦੇਣਾ, ਚਤੁਰਭੁਜ ਦਾ ਖੇਤਰਫਲ ਪਤਾ ਕਰੋ। ਤਾਂ ਦੇਖਿਆ ਜਾਵੇ ਤਾਂ ਇਸ ਚਤੁਰਭੁਜ ਨੂੰ ਆਪਾਂ ਇੱਕ ਵਿਕਰਨ ਨਾਲ ਦੋ ਤ੍ਰਿਭੁਜਾਂ ਵਿੱਚ ਵੰਡ ਲਿਆ। ਆ ਉੱਪਰਲੀ ਕੀ ਹੈ, ਇੱਕ ਤ੍ਰਿਭੁਜ ਹੈ, ਥੱਲੇ ਵਾਲੀ ਵੀ ਕੀ ਹੈ, ਇੱਕ ਤ੍ਰਿਭੁਜ ਹੈ। ਯਾਨੀ ਕਿ ਆ ਹੈਗੀ ਹੈ ਤ੍ਰਿਭੁਜ ਪਹਿਲੀ, ਇਹ ਹੈਗੀ ਹੈ ਤ੍ਰਿਭੁਜ ਦੂਸਰੀ। ਤਾਂ ਜੇ ਅਲੱਗ-ਅਲੱਗ ਤ੍ਰਿਭੁਜਾਂ ਦਾ ਖੇਤਰਫਲਾਂ ਦਾ ਜੋੜ ਕਰ ਦਈਏ ਆਪਾਂ, ਤਾਂ ਇਹ ਆਪਣੇ ਕੋਲ ਚਤੁਰਭੁਜ ਦਾ ਖੇਤਰਫਲ ਹੀ ਆ ਜਾਊਗਾ। ਤਾਂ ਇੱਥੇ ਚਤੁਰਭੁਜ ਦਾ ਖੇਤਰਫਲ ਕੀ ਹੋਊਗਾ, ਤ੍ਰਿਭੁਜ ਪਹਿਲੇ ਦਾ ਖੇਤਰਫਲ ਜਮਾ ਤ੍ਰਿਭੁਜ ਦੂਸਰੇ ਦਾ ਖੇਤਰਫਲ। ਤਾਂ ਤ੍ਰਿਭੁਜ ਦਾ ਖੇਤਰਫਲ ਆਪਾਂ ਪਹਿਲਾਂ ਕਰ ਚੁੱਕੇ ਹਾਂ। ਕੀ ਹੁੰਦਾ ਫਾਰਮੂਲਾ, 1/2 ਲੰਬ ਗੁਣਾ ਆਧਾਰ। 1/2 ਲੰਬ ਕਿੰਨਾ ਹੈ, H1 ਹੈ, ਆਧਾਰ ਕਿੰਨਾ ਹੈਗਾ, B ਹੈ। ਤਾਂ ਇਹ ਤ੍ਰਿਭੁਜ ਪਹਿਲੇ ਦਾ ਖੇਤਰਫਲ ਹੋ ਗਿਆ। ਤ੍ਰਿਭੁਜ ਦੂਸਰੇ ਦਾ ਖੇਤਰਫਲ, ਲੰਬ ਕਿੰਨਾ ਹੈ, H2 ਹੈ, ਆਧਾਰ ਕਿੰਨਾ ਹੈ, B ਹੈ। ਤਾਂ ਫਾਰਮੂਲਾ 1/2 ਲੰਬ ਗੁਣਾ ਆਧਾਰ। ਦੋਨੋਂ ਤ੍ਰਿਭੁਜਾਂ ਦਾ ਖੇਤਰਫਲ ਪਤਾ ਕਰਕੇ ਉਸ ਦਾ ਕੀ ਕਰ ਦੇਣਾ, ਜੋੜ। ਤਾਂ ਦੇਖੋ ਹੈਗੀ ਤਾਂ ਉਹੀ ਤ੍ਰਿਭੁਜ ਹੈ। ਤ੍ਰਿਭੁਜ ਦਾ ਖੇਤਰਫਲ ਆਪਾਂ ਪਹਿਲਾਂ ਕੀਤਾ 1/2 ਲੰਬ ਗੁਣਾ ਆਧਾਰ। ਤਾਂ ਸਵਾਲ ਨੂੰ ਕੀ ਹੈ, ਰੱਟਾ ਨਹੀਂ ਮਾਰਨਾ ਗਾ। ਸਵਾਲ ਬਹੁਤ ਸੌਖੇ ਹੁੰਦੇ ਆ, ਜੇ ਤੁਹਾਨੂੰ ਫਾਰਮੂਲੇ ਆਉਂਦੇ ਆ ਤਾਂ ਕੁਐਸਚਨ ਤੁਸੀਂ ਕਰ ਸਕਦੇ ਹੋ। ਬੱਚੋ ਹੁਣ ਇੱਕ ਆਹ ਡਾਇਗਰਾਮ ਹੈ, ਜਿਵੇਂ ਆਹ 4 ਭੁਜਾਵਾਂ ਵਾਲੀ ਸੀ, ਇਹ 5 ਭੁਜਾਵਾਂ ਵਾਲੀ ਆ ਗਈ। ਮਤਲਬ ਸਵਾਲ ਜਿਸ ਤਰ੍ਹਾਂ ਮਰਜ਼ੀ ਹੋਵੇ, ਹਰੇਕ ਦਾ ਖੇਤਰਫਲ ਆਪਾਂ ਕੀ ਹੈ ਪਤਾ ਕਰ ਸਕਦੇ। ਪਰਿਮਾਪ ਤਾਂ ਸਾਰੇ ਭੁਜਾਵਾਂ ਦਾ ਜੋੜ ਹੀ ਹੁੰਦਾ, ਬਾਹਰਲੇ ਭੁਜਾਵਾਂ ਦਾ ਜੋੜ ਉਹ ਦਿੱਤਾ ਹੋਏਗਾ, ਤੁਸੀਂ ਕੀ ਹੈ ਕਰ ਲਓਗੇ। ਪਰ ਖੇਤਰਫਲ ਵੇਲੇ ਸਮੱਸਿਆ ਆਉਂਦੀ ਹੈ। ਹੁਣ ਜਿਵੇਂ ਇਸ ਡਾਇਗਰਾਮ ਦੇ ਵਿੱਚ ਦੇਖਿਆ ਜਾਵੇ ਤਾਂ ਥੱਲੇ ਵਾਲੇ ਪਾਸੇ ਇੱਕ ਪੂਰੀ ਤ੍ਰਿਭੁਜ ਬੰਦੀ ਪਈ ਹੈ, ਆ ਲੰਬ ਵੀ ਦਿੱਤਾ ਹੋਇਆ, ਆਧਾਰ ਵੀ ਦਿੱਤਾ ਹੋਇਆ। ਇੱਧਰਲੇ ਪਾਸੇ ਦੇਖਿਆ ਜਾਵੇ ਤਾਂ ਇਹ ਵੀ ਇੱਕ ਤ੍ਰਿਭੁਜ ਹੈ, 90 ਡਿਗਰੀ ਦਾ ਕੋਣ ਬੰਦਾ ਪਿਆ, ਆ ਲੰਬ ਹੋ ਗਿਆ ਅਤੇ ਆਧਾਰ ਇੰਨਾ ਕੁ ਹੋ ਗਿਆ। ਇੱਧਰਲੇ ਪਾਸੇ ਕੀ ਹੈ, ਇਹ ਵੀ ਇੱਕ ਤ੍ਰਿਭੁਜ ਹੈ, ਇਹ ਆਧਾਰ ਹੋ ਗਿਆ ਇੱਥੇ ਤੱਕ ਅਤੇ ਆ ਕੀ ਹੋ ਗਿਆ, ਲੰਬ। ਹੁਣ ਜਿਹੜਾ ਵਿੱਚ ਵਾਲਾ ਹਿੱਸਾ ਹੈ, ਇਹ ਅਸਲ ਦੇ ਵਿੱਚ ਕੀ ਹੈ, ਆ ਲੰਬ ਦੋਨੋਂ ਕੀ ਹੈ ਬਰਾਬਰ ਹੈ। ਯਾਨੀ ਕਿ ਦੇਖੋ ਜੇ ਇੱਕ ਸਿੱਧੀ ਰੇਖਾ ਦੇ ਉੱਪਰ ਆਪਾਂ ਦੋ ਲੰਬ ਖਿੱਚ ਦਈਏ ਤਾਂ ਆਹ ਦੋ ਰੇਖਾਵਾਂ ਸਮਾਂਤਰ ਹੋਣਗੀਆਂ, ਮਤਲਬ ਯਾਨੀ ਕਿ ਸਿੱਧੀਆਂ ਇੱਕੋ ਸੇਧ ਵਿੱਚ ਹੋਣਗੀਆਂ। ਜਿਵੇਂ ਮੰਨ ਲਓ ਆਪਾਂ ਜ਼ਮੀਨ ਦੇ ਉੱਪਰ ਆਪਾਂ ਦੀਵਾਰ ਖੜੀ ਕਰਦੇ ਹਾਂ, ਤਾਂ ਇੱਧਰਲੇ ਪਾਸੇ ਵੀ ਆਪਾਂ ਦੀਵਾਰ ਖੜੀ ਕਰਤੀ। ਤਾਂ ਹੁਣ ਜਿਹੜੀ ਦੀਵਾਰ ਖੜੀ ਕਰਦੇ ਆ ਤਾਂ ਉਹ ਜ਼ਮੀਨ ਦੇ ਨਾਲ ਤਾਂ 90 ਡਿਗਰੀ ਕੋਣ ਹੀ ਬਣਾਉਂਦੀ ਹੈ, ਅਤੇ ਆਪਸ ਵਿੱਚ ਕੀ ਸਿੱਧੀਆਂ ਰੇਖਾਵਾਂ ਹੁੰਦੀਆਂ, ਸਮਾਂਤਰ ਹੁੰਦੀਆਂ ਨਾ। ਤਾਂ ਉਸੇ ਤਰ੍ਹਾਂ ਇਹ H1 ਅਤੇ H2 ਕੀ ਹੈ, ਸਮਾਂਤਰ ਹੈ। ਜੇਕਰ ਕੀ ਹੈ ਦੋ ਰੇਖਾਵਾਂ ਕੀ ਹੋ ਜਾਣ ਸਮਾਂਤਰ, ਆਧਾਰ ਇੱਕੋ ਹੋਵੇ, ਤਾਂ ਇਹਨਾਂ ਦੀ ਉਚਾਈ ਵੱਖਰੀ ਵੱਖਰੀ ਹੋ ਸਕਦੀ ਹੈ। ਤਾਂ ਜਿਹੜੀ ਆਹ ਡਾਇਗਰਾਮ ਬਣਾਈ ਹੈਗੀ ਹੈ, ਇਹ ਅਸਲ ਦੇ ਵਿੱਚ ਇਹਨੂੰ ਬੋਲਦੇ ਹੈਗੇ ਆ ਸਮਲੰਬ ਚਤੁਰਭੁਜ। ਸਮਲੰਬ, ਸਮ ਦਾ ਬਰਾਬਰ, ਲੰਬ ਜਿਹੜਾ ਇਹਨਾਂ ਵਿਚਕਾਰ ਲੰਬ ਹੈ, ਯਾਨੀ ਕਿ ਆਹ ਦੋ ਭੁਜਾਵਾਂ ਵੱਖਰੀਆਂ ਵੱਖਰੀਆਂ, ਇਹਨਾਂ ਦੀ ਦੂਰੀ ਆਪਸ ਵਿੱਚ ਕੀ ਹੈਗੀ ਹੈ, ਬਰਾਬਰ। ਜੇਕਰ ਇੱਧਰ ਕੀ ਹੈ 6 ਸੈਂਟੀਮੀਟਰ, ਜਿਵੇਂ ਆਪਾਂ ਕਮਰੇ ਦੀ ਦੀਵਾਰਾਂ ਦੀ ਗੱਲ ਕਰੀਏ, ਜੇ ਦੋ ਦੀਵਾਰਾਂ ਦੀ ਦੂਰੀ ਆਪਸ ਵਿੱਚ 10 ਫੁੱਟ ਹੈ ਤਾਂ ਉੱਪਰ ਤੱਕ ਵੀ 10 ਫੁੱਟ ਹੀ ਰਹੇਗੀ, ਦੀਵਾਰ ਕਦੇ ਟੇਢੀ ਤਾਂ ਬਣਨੀ ਨਹੀਂ। ਤਾਂ ਜਿਹੜੀ ਦੂਰੀ ਹੈ ਵਿਚਕਾਰਲੀ ਉਹ ਕੀ ਹੈ, ਸਮਲੰਬ ਹੈ।
ਤਾਂ ਇਹ ਆਪਾਂ ਜੇ ਚਤੁਰਭੁਜ ਦੀ ਗੱਲ ਕਰੀਏ, ਚਾਰ ਭੁਜਾਵਾਂ ਵਾਲੀ ਆਕ੍ਰਿਤੀ ਹੈ, ਤਾਂ ਸਮਲੰਬ ਚਤੁਰਭੁਜ ਦਾ ਜਿਹੜਾ ਖੇਤਰਫਲ ਹੈ, ਆਹ ਦੇਖੋ ਇੱਥੇ ਮੈਂ ਜਿਹੜੀ ਡਾਇਗਰਾਮ ਬਣਾਈ ਹੈ ਉਹ ਇਹੀ ਹੈ ਕਿ ਅੱਜ ਤੀਰ ਦਾ ਨਿਸ਼ਾਨ ਇਹ ਦੱਸਦਾ ਹੈਗਾ ਕਿ ਇਹ ਸਮਾਂਤਰ ਰੇਖਾਵਾਂ ਜਾ ਰਹੀਆਂ ਅਤੇ ਵਿਚਕਾਰਲੀ ਜਿਹੜੀ ਦੂਰੀ ਹੈਗੀ ਉਹ ਕੀ ਹੈਗੀ ਹੈ, ਐਚ ਹੈ। ਤਾਂ ਸਮਲੰਬ ਚਤੁਰਭੁਜ ਦਾ ਖੇਤਰਫਲ ਕੀ ਹੋਏਗਾ, ਸਮਲੰਬ ਮਤਲਬ ਇਹ ਟ੍ਰਪੀਜ਼ੀਅਮ ਹੈ, ਤਾਂ ਇਸ ਦਾ ਖੇਤਰਫਲ ਕੀ ਹੋਏਗਾ 1/2 ਤਾਂ ਗੁਣਾ ਐਚ, ਯਾਨੀ ਕਿ ਉਚਾਈ ਜਿਹੜੀ ਦੋਨੋਂ ਸਮਾਂਤਰ ਭੁਜਾਵਾਂ ਦੇ ਵਿਚਕਾਰ ਦੀ ਦੂਰੀ ਹੈ, ਗੁਣਾ ਇਹ ਦੋ ਭੁਜਾਵਾਂ ਦਾ ਕੀ ਕਰ ਦੇਣਾ ਹੈਗਾ, ਜੋੜ। ਤਾਂ ਉਸ ਤਰ੍ਹਾਂ ਜਿਹੜੀ ਆਹ ਇੱਕ ਤ੍ਰਿਭੁਜ, ਇਹਦਾ ਫਾਰਮੂਲਾ ਕੀ ਲਗਾ ਲਾਂਗੇ ਆਪਾਂ, ਖੇਤਰਫਲ 1/2 H2 ਗੁਣਾ B। ਇਸ ਤ੍ਰਿਭੁਜ ਦਾ ਖੇਤਰਫਲ ਕੀ ਲਗਾਵਾਂਗੇ, A ਗੁਣਾ H1 ਹੈ, ਮਤਲਬ 1/2 A ਗੁਣਾ H1, ਇਹ ਵੀ ਇੱਕ ਤ੍ਰਿਭੁਜ ਬਣਦੀ ਪਈ ਹੈ। ਹੁਣ ਜਿਹੜੀ ਇਹ ਵਾਲੀ ਹੈਗੀ ਹੈ ਇਹ ਸਮਲੰਬ ਚਤੁਰਭੁਜ ਹੈ, ਤਾਂ ਇਸ ਦਾ ਖੇਤਰਫਲ ਕੀ ਹੋਏਗਾ, ਇਹ ਦੋ ਸਮਾਂਤਰ ਰੇਖਾਵਾਂ ਹੋ ਗਈਆਂ, ਵਿਚਕਾਰਲੀ ਦੂਰੀ ਹੈਗੀ C, ਤਾਂ ਇਹਦਾ ਖੇਤਰਫਲ ਆਏਗਾ 1/2 ਗੁਣਾ C ਵਿਚਕਾਰਲੀ ਦੂਰੀ, ਤਾਂ ਦੋ ਉਚਾਈਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਹੈ, ਇਹਨਾਂ ਦੋਨਾਂ ਦਾ ਆਪਾਂ ਕੀ ਕਰ ਦੇਣਾ, ਜੋੜ ਕਰ ਦੇਣਾ। ਅਤੇ ਥੱਲੇ ਵਾਲੇ ਪਾਸੇ ਕੀ ਹੈ, ਇੱਕ ਤ੍ਰਿਭੁਜ ਬਣਦੀ ਪਈ ਹੈ। ਹੁਣ ਇਸ ਦਾ ਖੇਤਰਫਲ ਕੀ ਹੋਊਗਾ, 1/2 ਲੰਬ ਗੁਣਾ ਆਧਾਰ, ਤ੍ਰਿਭੁਜ ਦਾ ਖੇਤਰਫਲ ਹੈ। ਤਾਂ ਹੁਣ ਇਹਦੇ ਲੰਬ ਕਿੰਨਾ ਹੈ, H3 ਹੈ, ਆਧਾਰ ਕਿੰਨਾ ਹੈ, ਆ ਪੂਰੀ ਲੰਬਾਈ ਹੈ A + C + B, A + C + B। ਬਈ ਦੇਖੋ ਜੇ ਆਪਾਂ ਨੂੰ ਬੇਸਿਕ ਨੌਲੇਜ ਹੈਗੀ ਹੈ ਨਾ, ਤਾਂ ਫਾਰਮੂਲੇ ਆਪਾਂ ਆਪ ਡਰਾਈਵ ਕਰ ਸਕਦੇ ਹਾਂ। ਤਾਂ ਹੁਣ ਆਕ੍ਰਿਤੀ ਇਹ ਪੰਜਭੁਜੀ ਸੀ, ਤਾਂ ਮਤਲਬ ਯਾਨੀ ਕਿ ਆਪਾਂ ਉਹਨੂੰ ਅਲੱਗ-ਅਲੱਗ ਪਾਰਟਸ ਵਿੱਚ ਵੰਡਿਆ, ਉਹਨੂੰ ਸਮਝਿਆ ਕਿ ਕਿਸ, ਜਿਵੇਂ ਤ੍ਰਿਭੁਜ ਦਾ ਖੇਤਰਫਲ ਕਰ ਲਿਆ ਆਪਾਂ, ਇਹਦੇ ਇੱਥੇ ਕੀ ਕਿਹੜੀ ਆਕ੍ਰਿਤੀ ਬਣਦੀ, ਸਮਲੰਬ ਦਾ ਖੇਤਰਫਲ ਲੱਗ ਗਿਆ। ਯਾਨੀ ਕਿ ਜਦੋਂ ਇਹ ਸਾਰੇ ਖੇਤਰਫਲ ਆਪਣੇ ਕੋਲ ਪਤਾ ਹੋ ਗਏ, ਤਾਂ ਇਹਨਾਂ ਸਾਰੇ ਖੇਤਰਫਲਾਂ ਦਾ ਕੀ ਕਰ ਦੇਣਾ, ਬਾਅਦ ਵਿੱਚ ਜੋੜ ਕਰ ਦਾਂਗੇ ਆਪਾਂ, ਤਾਂ ਆਪਣੇ ਕੋਲ ਪੂਰੇ ਦਾ ਕੀ ਹੈ, ਖੇਤਰਫਲ ਆ ਜਾਏਗਾ। ਤਾਂ ਇੱਥੇ 1 2 3 4 ਖੇਤਰਫਲ ਆ ਗਏ ਇੱਥੇ ਆਪਣੇ ਕੋਲ, ਤਾਂ ਚਾਰਾਂ ਦਾ ਜੋੜ ਕਰ ਦਾਂਗੇ ਤਾਂ ਆਪਣੇ ਕੋਲ ਪੂਰੀ ਜਿਹੜੀ ਵੀ ਆਕ੍ਰਿਤੀ ਹੋਏਗੀ ਉਸ ਦਾ ਕੀ ਆ ਗਿਆ, ਇਹ ਕੁੱਲ ਖੇਤਰਫਲ ਆ ਜਾਏਗਾ। ਇੱਥੇ ਸਮਲੰਬ ਦਾ ਖੇਤਰਫਲ ਹੋ ਗਿਆ। ਤਾਂ ਇਹ ਜਿਹੜੇ ਆਪਾਂ ਹੁਣ ਕੀਤੇ ਹੈ 2 ਡਾਇਮੈਂਸ਼ਨ ਫਿਗਰਸ ਜਿਹੜੀਆਂ ਵੀ ਕੀਤੀਆਂ ਹੈਗੀਆਂ ਆਪਾਂ ਸਮਤਲ ਆਕ੍ਰਿਤੀਆਂ ਵਾਲੀਆਂ, ਉਹਨਾਂ ਦੇ ਪਰਿਮਾਪ ਅਤੇ ਖੇਤਰਫਲ ਦੀ ਆਪਾਂ ਗੱਲ ਕੀਤੀ ਸੀ। ਤਾਂ ਇਹਦੇ ਨਾਲ ਰਿਲੇਟਡ ਕੋਈ ਵੀ ਸਵਾਲ ਬੱਚਿਆਂ ਆਉਂਦਾ ਤਾਂ ਤੁਸੀਂ ਬੜੇ ਧਿਆਨ ਨਾਲ ਫਾਰਮੂਲੇ ਨੂੰ ਯਾਦ ਕਰਕੇ ਜਾਓ ਅਤੇ ਉਹਨੂੰ ਕਰਕੇ ਆਓ। ਤਾਂ ਇਸ ਤੋਂ ਬਾਅਦ ਆਪਾਂ 3 ਡਾਇਮੈਂਸ਼ਨ ਫਿਗਰਸ ਬਾਰੇ ਗੱਲ ਕਰਾਂਗੇ, ਤਾਂ ਉਹਨਾਂ ਦੇ ਖੇਤਰਫਲ ਅਤੇ ਆਇਤਨ ਬਾਰੇ ਜਾਣਾਂਗੇ। ਤਾਂ ਇਸੇ ਤਰ੍ਹਾਂ ਮੈਂ ਇਹਨਾਂ ਦੇ ਡਾਇਗਰਾਮ ਬਣਾ ਲੈਣਾ। ਹਾਂਜੀ ਬੱਚੋ, ਮੈਂ ਇੱਥੇ ਠੋਸ ਆਕ੍ਰਿਤੀਆਂ ਬਣਾਈਆਂ ਹਨ, 3 ਠੋਸ ਆਕ੍ਰਿਤੀਆਂ ਜਿਨ੍ਹਾਂ ਨਾਲ ਰਿਲੇਟਡ ਕੀ ਹੈ ਸਮ ਪੇਪਰ ਵਿੱਚ ਆਉਂਦਾ। ਇਹ 6 ਨੰਬਰ ਦਾ ਸਮ ਆਉਂਦਾ ਹੁੰਦਾ ਹੈ। ਪਹਿਲੀ ਹੈਗੀ ਹੈ ਘਨਾਵ। ਘਨਾਵ ਦੇ ਵਿੱਚ ਇਸ ਦਾ ਜਿਹੜਾ ਆਧਾਰ ਹੈ ਉਹ ਕੀ ਹੈ, ਆਇਤਾਕਾਰ ਦਾ ਹੁੰਦਾ। ਪੇਪਰ ਵਿੱਚ ਕਈ ਵਾਰੀ ਆ ਜਾਂਦਾ ਕਿ ਘਨਾਵ ਦਾ ਜਿਹੜਾ ਆਧਾਰ ਹੈ ਉਹ ਕਿਸ ਆਕਾਰ ਦਾ ਹੁੰਦਾ, ਉਹ ਆਇਤਾਕਾਰ ਦਾ। ਇਹ ਕੀ ਹੈ, ਘਣ ਹੈ, ਜਿਸਦੇ ਸਾਰੇ ਜਿਹੜੇ ਹੈਗੇ ਆ ਆਹ ਪਾਸ ਸਤਹਾਂ ਜਿਹੜੀਆਂ ਹੈਗੀਆਂ ਜਾਂ ਫਲਕ ਇਹਨੂੰ ਆਪਾਂ ਕਹਿ ਸਕਦੇ ਹਾਂ, ਉਹ ਕੀ ਹੈ, ਇੱਕ ਵਰਗ ਆਕਾਰ ਦੇ ਹੈ। ਤਾਂ ਉਸ ਤੋਂ ਬਾਅਦ ਤੀਸਰੀ ਆ ਜਾਂਦੀ ਹੈ ਸਿਲੰਡਰ ਦੀ ਡਾਇਗਰਾਮ ਹੈ। ਤਾਂ ਇਹਦੇ ਵਿੱਚ ਕੀ ਹੈ, ਗੁਲਾਈ ਵਾਲਾ ਹਿੱਸਾ ਹੈਗਾ, ਜਿਵੇਂ ਉੱਪਰ ਇੱਕ ਚੱਕਰ ਹੈ, ਥੱਲੇ ਇੱਕ ਚੱਕਰ ਹੈ। ਤਾਂ ਗੁਲਾਈ ਵਾਲੀ ਸ਼ੀਟ ਕੀ ਹੈ, ਇੱਕ ਹਿਸਾਬ ਦੀ ਲਪੇਟੀ ਗਈ ਹੈ, ਤਾਂ ਇਸ ਨੂੰ ਆਪਾਂ ਵਕਰ ਸਤਹ ਬੋਲਦੇ ਹਾਂ। ਇਹ ਦੋ ਪਾਸ ਸਤਹਾਂ ਹੁੰਦੀਆਂ ਸਾਈਡ ਵਾਲੀਆਂ, ਇੱਕ ਹੀ ਹੁੰਦੀ ਇਹਦੀ ਵਕਰ ਸਤਹ। ਤਾਂ ਸਭ ਤੋਂ ਪਹਿਲਾਂ ਆਪਾਂ ਇਸ ਦੀ ਪਾਰਸੀ ਸਤਹ ਦੀ ਗੱਲ ਕਰਾਂਗੇ। ਤਾਂ ਹੁਣ ਪਾਰਸੀ ਸਤਹ ਦੇ ਵਿੱਚ ਆਹ ਲੰਬ ਹੋ ਗਿਆ, ਇਹ ਆਧਾਰ ਹੋ ਗਿਆ। ਤਾਂ ਆਪਾਂ ਨੂੰ ਪਤਾ ਹੈ ਕਿ ਇੱਕ ਜਿਹੜੀ ਆਇਤ ਹੈ, ਆਇਤ ਦਾ ਜਿਹੜਾ ਖੇਤਰਫਲ ਹੁੰਦਾ L ਗੁਣਾ B ਹੁੰਦਾ ਨਾ, ਤਾਂ ਉਵੇਂ ਇਹਦੇ ਵਿੱਚ ਆਹ ਲੰਬਾਈ ਹੈ ਅਤੇ ਆਹ ਉਚਾਈ ਹੈ, ਤਾਂ ਇਹਦਾ ਖੇਤਰਫਲ L ਗੁਣਾ H ਆ ਜਾਏਗਾ। L ਅਤੇ H ਜੇ ਮੈਂ ਇਕੱਠਾ ਲਿਖ ਰਿਹਾ ਤਾਂ ਮਤਲਬ ਇਹ ਗੁਣਾ ਇਹਨਾਂ ਦੀ। ਹੁਣ ਜਿਹੜੀ ਸ਼ੀਟ ਇੱਧਰਲੇ ਪਾਸੇ ਲੱਗੀ ਹੈ, ਮਗਰਲੇ ਪਾਸੇ ਵੀ ਉਹੀ ਸ਼ੀਟ ਹੈ, ਜਾਂ ਇਹ ਸਮਝ ਲਓ ਇੱਕ ਕਮਰੇ ਦੀ ਦੀਵਾਰਾਂ ਦੀ ਲੰਬਾਈ ਕੀ ਹੈ, ਬਰਾਬਰ ਹੁੰਦੀ ਹੈ। ਜੇ L ਅਤੇ B ਹੈ ਅਤੇ ਮਗਰਲੇ ਪਾਸੇ ਵੀ ਕੀ ਹੈ, L ਅਤੇ B, ਇਹ ਦੁੱਗਣਾ ਹੋ ਗਿਆ L ਅਤੇ B। ਉਸੇ ਤਰ੍ਹਾਂ ਜੇ ਆਪਾਂ ਇੱਧਰਲੀ ਦੀਵਾਰ ਦੀ ਗੱਲ ਕਰੀਏ ਤਾਂ B ਗੁਣਾ H ਹੈ, ਅਤੇ ਇੱਧਰਲੇ ਪਾਸੇ ਵੀ B ਗੁਣਾ H ਹੀ ਹੋਏਗਾ, ਇਹ ਵੀ ਕੀ ਹੈ, ਡਬਲ ਹੈ। ਤਾਂ ਇਹਨਾਂ ਚਾਰੋਂ ਦੀਵਾਰਾਂ ਨੂੰ ਆਪਾਂ ਜੇ ਜੋੜ ਦੀਵਾਰਾਂ ਦੇ ਖੇਤਰਫਲਾਂ ਨੂੰ ਜੇ ਆਪਾਂ ਜੋੜੀਏ ਤਾਂ ਪਾਰਸੀ ਸਤਹ ਦਾ ਕੀ ਹੈ,
ਖੇਤਰਫਲ ਆ ਜਾਂਦਾ ਆਪਣੇ ਕੋਲ। ਤਾਂ ਇਹਨਾਂ ਵਿੱਚ ਕੀ ਹੈ 2 ਤੇ h ਸਾਂਝਾ ਆ ਗਿਆ ਤੇ ਰਹਿ ਕੀ ਗਿਆ l + b। ਤਾਂ ਤੁਸੀਂ ਇਹਨੂੰ ਜਿਸ ਤਰੀਕੇ ਨਾਲ ਮਰਜ਼ੀ ਯਾਦ ਰੱਖ ਲਓ, ਜਾਂ ਇਹ ਦੇਖ ਲਓ ਕਿ ਅਸਲ ਦੇ ਵਿੱਚ ਕੀ ਹੈ, ਇਹ ਇੱਕ ਆਇਤ ਹੈ, ਆਇਤ ਦਾ ਜਿਹੜਾ ਪਰਿਮਾਪ ਹੈ ਉਹ ਕੀ ਹੈ l + b ਦਾ ਦੁੱਗਣਾ, l + b ਦਾ ਕੀ ਹੈ ਦੁੱਗਣਾ। ਇਸ ਨੂੰ ਆਪਾਂ ਉਚਾਈ ਦੇ ਵਿੱਚ ਲੈ ਕੇ ਜਾਈਏ, ਜਿਵੇਂ ਮੰਨ ਲਓ ਮਿਸਤਰੀ ਆ, ਉਹ ਪਹਿਲਾਂ ਕੀ ਕਰਦੇ ਆ, ਬਾਹਰਲੇ ਚਾਰੋਂ ਪਾਸੇ ਕੀ ਹੈ ਇੱਟਾਂ ਲਗਾ ਲੈਂਦੇ ਹੈਗੇ ਹੈ, ਮਤਲਬ ਕੀ ਹੈ ਦੀਵਾਰਾਂ ਖੜੀਆਂ ਕਰਨ ਵਾਸਤੇ ਉਹਦੇ ਪਰਿਮਾਪ ਦੀ ਗੱਲ ਕਰਦੇ ਆ, ਤਾਂ ਉਹਦੇ ਉੱਪਰ ਕੀ ਦੀਵਾਰਾਂ ਖੜੀਆਂ ਹੋ ਜਾਂਦੀਆਂ, ਉਚਾਈ ਵੱਧ ਗਈ ਤਾਂ ਗੁਣਾ ਪੈਚ ਨਾਲ ਕਰ ਲਿਆ। ਤਾਂ ਇਸ ਨੂੰ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਆਧਾਰ ਦਾ ਪਰਿਮਾਪ ਗੁਣਾ ਉਚਾਈ। ਉਸ ਤੋਂ ਬਾਅਦ ਕੀ ਹੈ ਬੱਚੋ, ਕੁੱਲ ਸਤਹ ਦਾ ਖੇਤਰਫਲ। ਕੁੱਲ ਸਤਹ ਦੇ ਖੇਤਰਫਲ ਵੇਲੇ ਮੰਨ ਲਓ ਇੱਕ ਬਾਕਸ ਹੈ ਜਿਸ ਨੂੰ ਆਪਾਂ ਕੀ ਹੈ ਰੈਪ ਕਰਨਾ ਹੈ, ਉਹ ਰੈਪ ਕਰਾਂਗੇ ਤਾਂ ਸਾਰੇ ਪਾਸੋਂ ਹੀ ਕਵਰ ਹੋਊਗਾ ਨਾ, ਉਹਨੂੰ ਆਪਾਂ ਗਿਫਟ ਪੈਕ ਕੋਈ ਲਗਾਉਣਾ ਹੈਗਾ ਤਾਂ ਯਾਨੀ ਕਿ ਇਹ ਸਮਝ ਲਓ ਕਿ ਇਹ 6 ਪਾਸੇ ਹੈ, 4 ਤਾਂ ਦੀਵਾਰਾਂ ਹੋ ਗਈਆਂ ਸਾਈਡ ਵਾਲੀਆਂ, 4 ਤਾਂ ਪਾਸੇ ਸਤਹ ਹੋ ਗਈਆਂ ਅਤੇ ਇੱਕ ਉੱਪਰਲਾ ਹਿੱਸਾ ਇੱਕ ਥੱਲੇ ਵਾਲਾ ਹਿੱਸਾ, ਇਹ ਟੋਟਲ ਕੀ 6 ਹਿੱਸੇ ਹੋ ਗਏ। ਤਾਂ ਆਹ 2 ਹਿੱਸੇ ਤਾਂ ਆਪਾਂ ਕਰ ਹੀ ਚੁੱਕੇ ਹਾਂ, 2 LH + 2 BH ਇਹਨਾਂ ਦੇ ਖੇਤਰਫਲ ਤਾਂ ਕਰ ਹੀ ਚੁੱਕੇ ਹਾਂ। ਫਿਰ ਕੀ ਰਹਿ ਗਿਆ ਸੀ, ਇੱਕ ਥੱਲੇ ਵਾਲਾ ਆਧਾਰ ਦਾ ਖੇਤਰਫਲ L × B, ਉੱਪਰ ਵੀ L × B ਹੈ, ਇਹ 2 LB ਆਪਾਂ ਕੀ ਲਿਖ ਲਾਂਗੇ, ਤਾਂ ਦੋਨਾਂ ਵਿੱਚ 2 ਸਾਂਝਾ, ਤੁਸੀਂ ਇਹਨੂੰ ਇਸ ਤਰ੍ਹਾਂ ਲਿਖ ਸਕਦੇ 2 LB + BH + HL, ਯਾਦ ਰੱਖਣ ਵਾਸਤੇ 2 LB + BH + HL। ਤਾਂ ਇਹ ਵੀ ਕੀ ਹੈ ਜਿਹੜਾ ਖੇਤਰਫਲ ਹੈ, ਖੇਤਰਫਲ ਦੀ ਘਾਤ 2 ਆਏਗੀ, ਆਇਤਨ ਦੇ ਵਿੱਚ ਘਾਤ ਕਿੰਨੀ ਹੋਏਗੀ 3। ਤਾਂ ਆਇਤਨ ਕੀ ਹੈ, ਮੰਨ ਲਓ ਇੱਕ ਬਾਕਸ ਹੈ ਤਾਂ ਉਹਦੇ ਵਿੱਚ ਆਪਾਂ ਕੋਈ ਚੀਜ਼ ਪਾਣੀ ਹੈ, ਜਾਂ ਮੰਨ ਲਓ ਮਿੱਟੀ ਪਾਣੀ ਹੈ, ਰੇਤ ਪਾਣੀ ਹੈ, ਤਾਂ ਉਦੋਂ ਇਹਦਾ ਜਿਹੜੀ ਕਪੈਸਿਟੀ ਹੋਏਗੀ ਉਸ ਨੂੰ ਕੀ ਆਇਤਨ ਬੋਲਦੇ ਆ। ਤਾਂ ਇਹਦਾ ਜਿਹੜਾ ਫਾਰਮੂਲਾ ਕੀ ਹੁੰਦਾ, L × B × H, ਇੱਕੋ ਕੋਰਨਰ ਤੋਂ ਤਿੰਨੋਂ ਭੁਜਾਵਾਂ ਦੀ ਕੀ ਹੈ ਗੁਣਾ ਕਰ ਦੇਣੀ ਹੈ ਅਤੇ ਇਹ ਇਸ ਦਾ ਆਇਤਨ ਆ ਜਾਏਗਾ। ਇਸ ਤੋਂ ਬਾਅਦ ਪਾਰਸ਼ੀ ਸਤਹ ਦੀ ਗੱਲ ਕਰੀਏ ਤਾਂ ਇਸ ਦਾ ਜਿਹੜਾ ਇੱਕ ਫਲਕ ਉਹ ਇੱਕ ਵਰਗ ਆਕਾਰ ਦਾ, ਚਾਰੋਂ ਫਲਕ ਵਰਗ ਆਕਾਰ ਦੇ ਹੁੰਦੇ ਆ। ਤਾਂ ਵਰਗ ਦਾ ਖੇਤਰਫਲ ਕੀ ਹੁੰਦਾ, ਭੁਜਾ ਗੁਣਾ ਭੁਜਾ, A × A, A × A ਕੀ ਬਣ ਗਿਆ A² ਬਣ ਗਿਆ। ਤਾਂ 4 ਭੁਜਾਵਾਂ ਹੈ ਤਾਂ 4 A² ਹੋ ਗਿਆ ਆਪਣੇ ਕੋਲ। ਇਸੇ ਤਰ੍ਹਾਂ ਕੀ ਹੈ, ਜੇ ਆਪਾਂ ਕੁੱਲ ਸਤਹ ਦੀ ਗੱਲ ਕਰੀਏ ਤਾਂ ਇਹ ਵੀ ਤਾਂ A × A ਹੀ ਬਣ ਗਿਆ ਨਾ, ਅਤੇ ਥੱਲੇ ਵਾਲਾ ਵੀ 4 ਤਾਂ ਭੁਜਾਵਾਂ ਹੋ ਗਈਆਂ, ਇੱਕ ਉੱਪਰ ਤੇ ਥੱਲੇ, ਟੋਟਲ ਇਹ ਕਿੰਨੇ ਹੋ ਗਏ 6 ਹਿੱਸੇ ਹੋ ਗਏ, ਤਾਂ 6 A²। ਠੀਕ ਹੈ। ਉਸ ਤਰ੍ਹਾਂ ਜੇ ਆਇਤਨ ਦੀ ਗੱਲ ਕਰੀਏ ਤਾਂ ਇੱਥੇ ਤਿੰਨੋਂ ਭੁਜਾਵਾਂ ਕੀ ਵੱਖਰੀਆਂ ਵੱਖਰੀਆਂ ਸੀ, ਅਤੇ ਵਰਗ ਦੇ ਘਨ ਦੇ ਵਿੱਚ ਬੱਚੋ ਇਹ ਘਨ ਹੈ ਅਤੇ ਇਹ ਘਨਾਵ। ਆ ਨਾਮ ਦੇਖੋ ਆ ਸੇਮ ਹੈ ਨਾ, ਘਨ ਅਤੇ ਘਨ, ਇਹ ਥੋੜ੍ਹੀ ਲੰਬਾਈ ਜ਼ਿਆਦਾ ਆ ਗਈ ਤਾਂ ਇਹ ਕੀ ਹੈ ਲੰਬਾਈ ਇਹਦੀ ਵੀ ਜ਼ਿਆਦਾ ਬਣ ਗਈ। ਘਨਾਵ ਇੰਗਲਿਸ਼ ਵਿੱਚ ਇਹਨੂੰ ਬੋਲਦੇ ਆ ਕਿਊਬੋਇਡ, ਅਤੇ ਆ ਹੋ ਗਿਆ ਕਿਊਬ। ਆਇਤਨ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਇਸ ਦਾ ਇੱਕ ਛੋਟਾ ਰੂਪ ਹੋ ਗਿਆ, ਯਾਨੀ ਕਿ ਇੱਥੇ ਤਿੰਨੋਂ ਭੁਜਾਵਾਂ ਦੀ ਲੰਬਾਈ ਕੀ ਹੋ ਗਈ, ਛੋਟਾ ਰੂਪ ਨਹੀਂ ਆਪਾਂ ਕਹਿ ਸਕਦੇ, ਬਸ ਇਹ ਸੀ ਇੱਥੇ ਲੰਬਾਈਆਂ ਕੀ ਹੈ ਵੱਖਰੀਆਂ ਵੱਖਰੀਆਂ, ਇੱਥੇ ਲੰਬਾਈਆਂ ਕੀ ਹੈ ਸੇਮ ਹੈ। ਤਾਂ L ਦੀ ਜਗ੍ਹਾ 'ਤੇ ਤੁਸੀਂ ਇਹ ਲਿਖ ਲਓ, B ਦੀ ਜਗ੍ਹਾ 'ਤੇ ਇਹ ਲਿਖ ਲਓ, H ਦੀ ਜਗ੍ਹਾ 'ਤੇ ਇਹ ਲਿਖ ਲਓ। ਤਾਂ A × A × A, ਯਾਨੀ ਕਿ ਇੱਥੋਂ ਦੀ ਤਿੰਨੋਂ ਭੁਜਾਵਾਂ ਦੀ ਗੁਣਾ ਇਹ ਕੀ ਬਣ ਜੂ A ਦੀ ਘਾਤ 3। ਆਇਤਨ ਦਾ ਇਹ ਮਤਲਬ ਘਨ ਦਾ ਕੀ ਸੀਗਾ ਆਇਤਨ। ਇਸ ਤੋਂ ਬਾਅਦ ਆ ਗਿਆ ਬੱਚੋ ਸਿਲੰਡਰ, ਇੰਗਲਿਸ਼ ਵਿੱਚ ਵੀ ਇਹਨੂੰ ਸਿਲੰਡਰ ਬੋਲਦੇ ਹਾਂ ਆਪਾਂ। ਤਾਂ ਹੁਣ ਇਹਦੀ ਕੀ ਹੈ ਪਾਰਸ਼ੀ ਸਤਹ ਨਹੀਂ ਹੋਊਗੀ, ਇਹਦੀ ਵਕਰ ਸਤਹ ਆਪਾਂ ਕਹਾਂਗੇ, ਕਿਉਂਕਿ ਇਹ ਕੀ ਹੈ ਗੁਲਾਈ ਦੇ ਵਿੱਚ ਹੈ। ਜਿਵੇਂ ਇੱਕ ਛੱਤ ਹੈ, ਛੱਤ 'ਤੇ ਕੀ ਹੈ ਆਪਾਂ ਥੱਲੇ ਵਾਲੇ ਪਾਸੇ ਆਪਾਂ ਜੇ ਖੰਭੇ ਦੀ ਗੱਲ ਕਰੀਏ, ਖੰਭਾ ਕੀ ਹੈ ਪਿੱਲਰ ਜਿਹੜਾ ਲੱਗਿਆ ਹੁੰਦਾ ਉਹ ਗੁਲਾਈ ਵਿੱਚ ਹੁੰਦਾ ਹੈ ਨਾ। ਤਾਂ ਆਪਾਂ ਸਿਰਫ ਕੀ ਹੈ ਇਹਨਾਂ ਨੂੰ ਸਾਈਡ ਤੋਂ ਰੰਗ ਕਰਨਾ ਹੈ, ਤਾਂ ਉਹ ਕੀ ਹੋ ਗਿਆ ਵਕਰ ਸਤਹ ਦਾ ਖੇਤਰਫਲ। ਹੁਣ ਇਹ ਵਕਰ ਸਤਹ ਦਾ ਜਿਹੜਾ ਖੇਤਰਫਲ ਹੈ ਇਹ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਕਿਵੇਂ ਬਣਿਆ, ਇੱਕ ਜਿਵੇਂ ਬੱਚੋ ਮੈਂ ਤੁਹਾਨੂੰ ਇੱਥੇ ਆਹ ਚੀਜ਼ ਦੱਸੀ ਸੀ ਨਾ ਕਿ ਆਧਾਰ ਦਾ ਪਰਿਮਾਪ, ਆਧਾਰ ਦਾ ਪਰਿਮਾਪ ਉਸ ਨੂੰ ਗੁਣਾ ਆਪਾਂ H ਨਾਲ ਉਚਾਈ ਨਾਲ ਕਰਤਾ ਸੀਗਾ, ਤਾਂ ਆਪਣੇ ਕੋਲ ਗੁਣਾ H ਆ ਗਿਆ ਸੀ ਨਾ, ਅਤੇ ਪਾਰਸ਼ੀ ਸਤਹ ਆ ਗਈ ਸੀ ਆਪਣੇ ਕੋਲ। ਇਸੇ ਤਰ੍ਹਾਂ ਚੱਕਰ ਹੈ, ਚੱਕਰ ਦਾ ਪਰਿਮਾਪ ਕੀ ਹੁੰਦਾ ਹੈ 2πr। ਠੀਕ ਹੈ। ਜਿਵੇਂ ਇੱਕ ਚੂੜੀ ਹੈ, ਚੂੜੀਆਂ ਦੇ ਉੱਪਰ ਆਪਾਂ ਚੂੜੀਆਂ ਰੱਖਦੇ ਹਾਂ, ਚੂੜੀਆਂ ਵਾਲਾ ਬੰਡਲ ਹੈ, ਉਹਦੀ ਉਚਾਈ ਵੱਧ ਗਈ, ਤਾਂ ਇੱਕ ਚੱਕਰ ਦਾ ਪਰਿਮਾਪ 2πr ਗੁਣਾ ਆਪਾਂ H ਕਰ ਦਾਂਗੇ, ਤਾਂ ਪਾਰਸ਼ੀ ਸਤਹ ਦਾ ਖੇਤਰਫਲ ਆ ਗਿਆ ਇਹ। ਜੇ ਆਪਾਂ ਕੁੱਲ ਸਤਹ ਦੀ ਗੱਲ ਕਰੀਏ ਤਾਂ ਮੰਨ ਲਓ ਜਿਵੇਂ ਇੱਕ ਮਤਲਬ ਯਾਨੀ ਕਿ ਆਪਣੇ ਕੋਲ ਸਿਲੰਡਰ ਆਕਾਰ ਕੋਈ ਵਸਤੂ ਹੈ, ਜਿੰਦਾ ਕਿ ਉੱਪਰਲੇ ਪਾਸੇ ਵੀ ਇੱਕ ਢੱਕਣ ਲੱਗਿਆ, ਥੱਲੇ ਵਾਲੇ ਪਾਸੇ ਵੀ ਲੱਗਿਆ, ਜਾਂ ਫਿਰ ਇੱਕ ਡਰਮ ਹੋ ਗਿਆ,
ਤੇਲ ਦਾ ਡਰਮ ਉਹ ਉੱਪਰੋਂ ਵੀ ਬੰਦ ਹੁੰਦਾ, ਥੱਲੋਂ ਵੀ ਬੰਦ ਹੁੰਦਾ। ਤਾਂ ਅਸਲ ਦੇ ਵਿੱਚ ਪਾਰਸੀ ਸਤਹ ਦਾ ਆਪਾਂ ਕਰ ਹੀ ਚੁੱਕੇ ਹਾਂ 2πr/h। ਤਾਂ ਇਹਦੇ ਵਿੱਚ ਆਪਾਂ ਜੋੜ ਦੇਣਾ ਹੈ ਉੱਪਰਲਾ ਢੱਕਣ ਅਤੇ ਥੱਲੇ ਵਾਲੇ ਢੱਕਣ ਦਾ ਖੇਤਰਫਲ। ਇਹ 2 ਢੱਕਣ ਲੱਗੇ ਹੈ, 2 ਨਾਲ ਗੁਣਾ ਕਰਾਂਗੇ ਤਾਂ ਇੱਕ ਚੱਕਰ ਦਾ ਖੇਤਰਫਲ ਕੀ ਆ ਜਾਊਗਾ πr²। ਤਾਂ ਜੇ ਆਪਾਂ ਇਹਨੂੰ ਸਾਂਝਾ ਦੇਖੀਏ, ਇਹਦੇ ਵਿੱਚੋਂ ਸਾਂਝਾ ਕੀ ਆ ਰਿਹਾ, ਤਾਂ ਦੇਖੋ 2 ਕੋਮਨ ਹੈ, ਪਾਈ ਵੀ ਕੋਮਨ ਹੈ, ਇੱਕ ਆਰ ਹੈ, ਇੱਥੇ ਆਰ ਦੀ ਘਾਤ 1 ਹੈ, ਇੱਥੇ ਆਰ ਦੀ ਘਾਤ 2 ਹੈ, ਤਾਂ ਇੱਕ ਆਰ ਕੋਮਨ ਆ ਗਈ। ਤਾਂ ਕੀ ਰਹਿ ਗਿਆ, ਇੱਕ ਐਚ ਰਹਿ ਗਿਆ, ਤਾਂ ਇੱਕ ਕੀ ਰਹਿ ਗਈ, ਆਰ। ਤੁਸੀਂ ਚਾਹੇ ਆਹ ਫਾਰਮੂਲਾ ਯਾਦ ਕਰ ਲਓ, ਚਾਹੇ ਇਹ ਫਾਰਮੂਲਾ ਯਾਦ ਕਰਕੇ ਇਹਦੇ ਵਿੱਚ ਮੁੱਲ ਭਰ ਦਿਓ, ਆਨਸਰ ਫਿਰ ਵੀ ਸੇਮ ਹੀ ਆਊਗਾ। ਬਸ ਇਹ ਧਿਆਨ ਰੱਖਿਓ ਕਿ ਕੈਲਕੂਲੇਸ਼ਨ ਦੇ ਵਿੱਚ ਕੀ ਹੈ, ਤੁਹਾਨੂੰ ਕਰਨ ਵਿੱਚ ਸਮੱਸਿਆ ਨਾ ਆਵੇ। ਕੈਲਕੂਲੇਸ਼ਨ ਜੇ ਸਹੀ ਤਰ੍ਹਾਂ ਕਰ ਰਹੇ ਹੋ ਤਾਂ ਇਸ ਨਾਲ ਵੀ ਜਵਾਬ ਸਹੀ ਆਊਗਾ ਅਤੇ ਇਸ ਨਾਲ ਵੀ ਸਹੀ ਆਏਗਾ। ਇਸ ਤੋਂ ਬਾਅਦ ਆਇਤਨ ਦੀ ਗੱਲ ਕਰੀਏ ਤਾਂ ਬੱਚੋ ਜਿਵੇਂ ਦੇਖੋ ਸਿੱਕਾ ਹੈ, 1 ਰੁਪਏ ਦਾ ਸਿੱਕਾ ਕੁਆਇਨ, ਉਹਦਾ ਖੇਤਰਫਲ ਕੀ ਹੋ ਗਿਆ, πr² ਹੋ ਗਿਆ। ਤਾਂ ਸਿੱਕਿਆਂ ਉੱਪਰ ਸਿੱਕੇ ਰੱਖੀ ਜਾਓ ਤਾਂ ਉਹਦੀ ਉਚਾਈ ਵੱਧ ਗਈ, ਠੀਕ ਹੈ। ਤਾਂ ਗੁਣਾ ਆਪਾਂ ਐਚ ਕਰ ਦਾਂਗੇ ਤਾਂ ਇਹ ਕੀ ਹੋ ਗਿਆ, ਆਇਤਨ। ਆਇਤਨ ਕੀ ਉਹ ਧਾਰਨ ਸਮਰੱਥਾ, ਚਾਹੇ ਕੀ ਇਹ ਚੰਗੀ ਤਰ੍ਹਾਂ ਫਿਲ ਹੋਵੇ ਕਿਸੇ ਵੀ ਚੀਜ਼ ਨਾਲ, ਤਾਂ ਕਰਕੇ ਮੈਂ ਤਾਂ ਸਿੱਕਿਆਂ ਦੀ ਹੀ ਉਦਾਹਰਨ ਲਿੱਤੀ ਸੀ। ਤਾਂ ਬੱਚੋ ਇਹ 3 ਆਪਣੇ ਕੋਲ ਠੋਸ ਆਕ੍ਰਿਤੀਆਂ ਹੈਗੀਆਂ ਜਿਹੜੀਆਂ ਤੁਹਾਡੇ ਸਿਲੇਬਸ ਦੇ ਵਿੱਚ ਹੈ। ਇਹਨਾਂ ਦੇ ਕੀ ਹੈ, ਪਾਰਸੀ ਸਤਹ ਦਾ ਖੇਤਰਫਲ, ਕੁੱਲ ਸਤਹ ਦਾ ਖੇਤਰਫਲ ਅਤੇ ਆਇਤਨ। ਬੱਚੋ ਜੇ ਤੁਹਾਨੂੰ ਫਾਰਮੂਲੇ ਇਹ ਆਉਂਦੇ ਆ, ਇਹ 9 ਫਾਰਮੂਲੇ ਹੈ, ਤਾਂ ਕੁਐਸਚਨ ਤੁਹਾਡਾ ਜਿਹੜਾ ਇਹਦੇ ਵਿੱਚੋਂ 6 ਨੰਬਰ ਦਾ ਕੁਐਸਚਨ ਹੈ ਨਾ, ਉਹ ਆਰਾਮ ਨਾਲ ਹੱਲ ਹੋ ਜਾਏਗਾ। ਦੇਖੋ ਇਸ ਚੈਪਟਰ ਦੇ ਵਿੱਚ ਜਾਂ ਆਉਂਦੀ ਹੁੰਦੀ ਹੈ ਜਾਂ ਤਾਂ ਇਹਨਾਂ 3 ਡਾਇਗਰਾਮਸ ਨਾਲ ਰਿਲੇਟਡ ਸਵਾਲ ਆਉਂਦਾ ਹੁੰਦਾ ਹੈ, ਜਾਂ ਫਿਰ ਕੀ ਹੈ, ਆਪਾਂ ਉੱਪਰ ਸਮਤਲ ਆਕ੍ਰਿਤੀਆਂ ਕੀਤੀਆਂ ਨਾ, ਸਮਤਲ ਆਕ੍ਰਿਤੀਆਂ ਜਿਹੜੀਆਂ ਦੇਖੋ ਆਹ ਵਾਲੀਆਂ ਹੈਗੀਆਂ, ਆਪਾਂ ਜਿੰਨੀਆਂ ਵੀ ਕੀਤੀਆਂ ਇਹ ਵਾਲੀਆਂ ਆਕ੍ਰਿਤੀਆਂ ਨਾਲ ਰਿਲੇਟਡ ਜਿੰਨੇ ਵੀ ਫਾਰਮੂਲੇ ਲਿਖੇ ਆਪਾਂ ਇੱਥੇ, ਇਹਨਾਂ ਨਾਲ ਰਿਲੇਟਡ ਕੀ ਹੈ ਕੁਐਸਚਨ ਆ ਜਾਂਦਾ ਹੈਗਾ। ਤਾਂ ਇਹ ਕੁਐਸਚਨ ਵੈਸੇ ਤਾਂ ਕੀ ਹੈ ਬਹੁਤ ਹੀ ਸਿੰਪਲ ਹੁੰਦੇ ਆ, ਬਸ ਪ੍ਰੈਕਟਿਸ ਦੀ ਜ਼ਰੂਰਤ ਹੈਗੀ ਹੈ। ਤਾਂ ਇੱਕ ਚੀਜ਼ ਬੱਚੇ ਮੈਂ ਤੁਹਾਨੂੰ ਹੋਰ ਦੱਸ ਦੇਵਾਂ, ਮੈਂ ਇੱਥੇ ਕਰਵਾਇਆ ਸੀ ਸਮਚਤੁਰਭੁਜ। ਹੁਣ ਸਮਾਂਤਰ ਚਤੁਰਭੁਜ ਦਾ ਖੇਤਰਫਲ ਆਪਾਂ ਕੀ ਕੀਤਾ ਸੀ, ਇੱਥੇ ਆਧਾਰ ਗੁਣਾ ਲੰਬ ਸੀ। ਤਾਂ ਇਸੇ ਤਰ੍ਹਾਂ ਸਮਚਤੁਰਭੁਜ ਦਾ ਖੇਤਰਫਲ ਜੇਕਰ ਵਿਕਰਨ ਨਹੀਂ ਦਿੱਤੇ ਤਾਂ ਇਹਦਾ ਫਾਰਮੂਲਾ ਵੀ ਸੇਮ ਹੀ ਹੁੰਦਾ, ਆਧਾਰ ਗੁਣਾ ਲੰਬ। ਜੇ ਇੱਥੇ ਲੰਬ ਕੀ ਹੈ, b ਹੈ, ਆਧਾਰ ਸੱਚ, ਜੇ ਆਧਾਰ b ਹੈ ਤੇ ਇਹਨਾਂ ਦੀ ਜਿਹੜੀ ਵਿਚਕਾਰ ਵਾਲੀ ਦੂਰੀ ਹੈ ਉਹ ਕਿੰਨੀ ਹੈ, h ਹੈ। ਤਾਂ ਕੀ ਆ ਜਾਊਗਾ, b ਗੁਣਾ h ਹੀ ਬਣ ਜਾਣਾ ਇਹ, ਕਿਉਂਕਿ ਇਹ ਸਮਚਤੁਰਭੁਜ ਇੱਕ ਵਰਗ ਤੋਂ ਬਣਿਆ। ਜੇ ਆਹ b ਹੈ ਤਾਂ ਆਹ ਵੀ b ਹੈ, ਤਾਂ ਇਹ ਨਾ ਹੋਵੇ ਕਿਤੇ b ਗੁਣਾ b ਲਿਖੀ ਜਾਓ, ਇਹ ਵਰਗ ਨਹੀਂ ਹੈ, ਇਹ ਸਮਚਤੁਰਭੁਜ ਹੈਗੀ ਹੈ। ਬਸ ਆਹ ਇੱਕ ਚੀਜ਼ ਰਹਿ ਗਈ ਸੀ ਦੱਸਣ ਵਾਲੀ। ਇਸ ਤੋਂ ਬਾਅਦ ਬੱਚੋ ਆਪਾਂ MCQs ਕਰਾਂਗੇ। ਬੱਚੋ MCQs ਕਰਨ ਤੋਂ ਪਹਿਲਾਂ ਮੈਂ ਤੁਹਾਨੂੰ 1-2 ਕੁਐਸਚਨਸ ਕਰਵਾ ਦੇਵਾਂ ਇਹਨਾਂ ਨਾਲ ਰਿਲੇਟਡ, ਤਾਂ ਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਕੁਐਸਚਨ ਨੂੰ ਸੋਲਵ ਕਰਨ ਲੱਗੇ ਕੋਈ ਸਮੱਸਿਆ ਨਾ ਆਵੇ। ਅਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਗੱਲ ਹੋਰ ਕਿ ਜਿਹੜੀ ਇਕਾਈਆਂ ਹੁੰਦੀਆਂ ਜਿਵੇਂ ਕਿ 1 ਮੀਟਰ ਦੇ ਵਿੱਚ ਕੀ ਹੈ 100 ਸੈਂਟੀਮੀਟਰ ਹੁੰਦੇ ਆ, ਇਹ ਸਾਰੀ ਚੀਜ਼ ਮੈਂ ਤੁਹਾਨੂੰ ਦੱਸਦਾ ਹੁਣੇ। ਆਓ ਆਪਾਂ ਅੱਗੋਂ ਸੁਣਦੇ ਹਾਂ। ਹਾਂਜੀ ਬੱਚੋ, ਜਿਵੇਂ ਕਿ ਇਕਾਈਆਂ ਹੈਗੀਆਂ ਕੁਝ, ਜਿਵੇਂ 1 ਮੀਟਰ ਹੈ। ਪਹਿਲਾਂ ਆਪਾਂ ਗੱਲ ਕਰੀਏ ਸੈਂਟੀਮੀਟਰ ਦੀ। 1 ਸੈਂਟੀਮੀਟਰ, ਜਿਵੇਂ ਆਹ ਸਕੇਲ ਦੇ ਵਿੱਚ ਆਹ 1 ਸੈਂਟੀਮੀਟਰ, ਇਹਦੇ ਵਿਚਕਾਰ ਕਿੰਨੀਆਂ ਲਾਈਨਾਂ, ਇਹ 10 ਲਾਈਨ ਹੈ। ਤਾਂ ਇਹ 10 mm ਯਾਨੀ ਕਿ ਮਿਲੀਮੀਟਰ। ਆਹ ਛੋਟੀ ਜਿਹੀ ਇਕਾਈ ਨੂੰ ਆਪਾਂ mm ਬੋਲਦੇ ਹੈਗੇ ਆ, ਠੀਕ ਹੈ। ਤਾਂ 10 mm ਕਿੰਨੇ ਬਰਾਬਰ ਹੁੰਦਾ, 1 ਸੈਂਟੀਮੀਟਰ ਦੇ ਬਰਾਬਰ। ਇਹ ਸਕੇਲ ਜਿਹੜਾ ਹੈਗਾ ਆਪਣਾ 15 ਸੈਂਟੀਮੀਟਰ ਦਾ ਹੈ। ਤਾਂ 15 ਸੈਂਟੀਮੀਟਰ ਫਿਰ 15 ਸੈਂਟੀਮੀਟਰ ਨੂੰ ਜੋੜ ਦਿਓ, ਮਤਲਬ ਇਸ ਤਰ੍ਹਾਂ ਸੈਂਟੀਮੀਟਰ ਨੂੰ ਜੇ ਆਪਾਂ ਜੋੜ ਦਈਏ ਤਾਂ ਆਪਣੇ ਕੋਲ ਜਦੋਂ 100 ਸੈਂਟੀਮੀਟਰ ਬਣ ਜਾਂਦਾ ਉਹ 1 ਮੀਟਰ ਦੇ ਬਰਾਬਰ ਬਣ ਜਾਂਦਾ, ਜਿਹੜਾ ਕੀ ਹੈ ਜਿਵੇਂ ਕੱਪੜਿਆਂ ਦੀ ਦੁਕਾਨ 'ਤੇ ਮੀਟਰ ਪਿਆ ਹੁੰਦਾ ਨਾ ਲੋਹੇ ਦਾ, ਉਹ ਵਾਲਾ। ਉਸ ਤਰ੍ਹਾਂ ਜੇ ਆਪਾਂ 1 ਕਿਲੋਮੀਟਰ ਦੀ ਗੱਲ ਕਰੀਏ ਤਾਂ ਇਹ 1000 ਮੀਟਰ ਦੇ ਬਰਾਬਰ ਹੁੰਦਾ, ਕਿ ਜਿਹੜਾ ਲੋਹੇ ਵਾਲਾ ਮੀਟਰ ਹੈ 1 ਮੀਟਰ, ਉਹ 1000 ਵਾਰੀ ਆਪਾਂ ਗਿਣ ਲਈਏ ਤਾਂ ਉਹ 1 ਕਿਲੋਮੀਟਰ ਬਣ ਜਾਂਦਾ। ਬਾਕੀ ਆਪਾਂ ਕੋਈ 2 ਵੀਲਰ 4 ਵੀਲਰ 'ਤੇ ਜਾਂਦੇ ਤਾਂ ਸਪੀਡੋਮੀਟਰ ਹੁੰਦਾ ਨਾ, ਕਿ 1 ਕਿਲੋਮੀਟਰ, ਜਿੱਥੇ 1 ਕਿਲੋਮੀਟਰ ਹੋਗਾ ਸਮਝ ਲਓ ਉੱਥੇ 1000 ਮੀਟਰ ਦੀ ਗੱਲ ਕੀਤੀ ਗਈ ਹੈ। ਤਾਂ ਇਸੇ ਤਰ੍ਹਾਂ ਬੱਚੋ ਜਿਵੇਂ ਕੁਝ ਇਕਾਈਆਂ ਹੈਗੀਆਂ ਉਹ ਆਪਾਂ ਧਿਆਨ 'ਚ ਰੱਖਾਂਗੇ। ਮੈਂ ਇੱਥੇ ਲਿਖਦਾ ਜਿਵੇਂ 1 ਲੀਟਰ। ਹੁਣ ਇੱਥੇ ਲੀਟਰ ਦੀ ਗੱਲ ਕੀਤੀ ਜਾਂਦੀ ਹੈ। ਲੀਟਰ ਜਿਹੜਾ ਹੁੰਦਾ ਉਹ ਕੀ ਅਸਲ 'ਚ 1000 ml ਦੇ ਬਰਾਬਰ ਹੁੰਦਾ। ਅਤੇ ਇਹਦੇ ਵਿੱਚ
ਕੁਝ ਮੁੱਲ ਹੈਗੇ ਆ, ਜਿਵੇਂ 1 ਲੀਟਰ, ਜਿਵੇਂ ਇਹ ਅਸਲ 'ਚ ਮੈਂ ਕਿਉਂ ਦੱਸ ਰਿਹਾ, ਕਿਉਂਕਿ ਜਿਹੜੇ ਆਪਾਂ ਠੋਸ ਆਕ੍ਰਿਤੀਆਂ ਦੇ ਸਵਾਲ ਕੀਤੇ ਆ ਨਾ, ਇਹਦੇ ਵਿੱਚ ਕੋਈ ਅਲੱਗ-ਅਲੱਗ ਬਰਤਨ ਦੀ ਗੱਲ ਕਰਨਗੇ ਕਿ ਇਸ ਬਰਤਨ ਦੇ ਵਿੱਚ ਇੰਨੇ ਲੀਟਰ ਦੁੱਧ ਜਾਂ ਪਾਣੀ ਆ ਸਕਦਾ, ਤਾਂ ਉਹਨੂੰ ਆਪਾਂ ਸੈਂਟੀਮੀਟਰਾਂ ਵਿੱਚ ਆਪਾਂ ਜਵਾਬ ਦੇਣਾ ਹੈ ਤਾਂ ਕੀ ਆਊਗਾ, ਕਿਉਂਕਿ ਇਹਦੇ ਵਿੱਚ ਲੰਬਾਈ ਸੈਂਟੀਮੀਟਰ ਜਾਂ ਮੀਟਰ ਦੇ ਵਿੱਚ ਹੋ ਸਕਦੀ ਹੈ। ਤਾਂ ਇਸ ਲਈ ਇਹਨਾਂ ਸਵਾਲਾਂ ਨੂੰ ਕਰਨ ਵਿੱਚ ਕੋਈ ਦਿੱਕਤ ਨਾ ਆਵੇ, ਤਾਂ ਕਰਕੇ ਮੈਂ ਤੁਹਾਨੂੰ ਇਹ ਜਿਹੜੇ ਹੈਗੇ ਆ ਆਪਣੇ ਇਕਾਈਆਂ, ਇਹਨਾਂ ਨੂੰ ਮੈਂ ਤੁਹਾਨੂੰ ਸਮਝਾ ਰਿਹਾ। ਅਸਲ ਦੇ ਵਿੱਚ ਇਹਦੇ ਵਿੱਚ ਹੋਰ ਆਪਾਂ ਕੀਤਾ ਨਾ, ਜਿਵੇਂ 1 ਮੀਟਰ ਦੇ ਵਿੱਚ ਕੀ ਹੈ 1000 ਸੈਂਟੀਮੀਟਰ ਹੁੰਦੇ ਆ, ਉਸੇ ਤਰ੍ਹਾਂ ਆਪਾਂ ਇਹਨੂੰ ਮੀਟਰ ਦੇ ਵਿੱਚ ਜੇ ਬਦਲੀਏ ਤਾਂ 1 ਮੀਟਰ ਦੀ ਘਾਤ 3। ਅਸਲ ਦੇ ਵਿੱਚ ਇਹਨੂੰ ਆਪਾਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਤਾਂ 1 ਮੀਟਰ ਕੀ ਹੈ 100 ਸੈਂਟੀਮੀਟਰ ਦੇ ਬਰਾਬਰ ਹੈ, ਘਾਤ 3 ਮੈਂ ਉਵੇਂ ਦਾ ਉਵੇਂ ਲਿਖ ਲਿਆ। 100 ਸੈਂਟੀਮੀਟਰ ਨੂੰ ਆਪਾਂ ਘਾਤ 3 ਹੈ, ਤੇ ਇਹਨੂੰ ਆਪਾਂ 3 ਵਾਰੀ ਗੁਣਾ ਕਰ ਦਾਂਗੇ, ਤਾਂ ਇਹ 100 ਗੁਣਾ 100 ਗੁਣਾ 100 ਕਿੰਨੀਆਂ ਜ਼ੀਰੋ ਹੈਗੀਆਂ ਟੋਟਲ 6, 1 2 3, ਯਾਨੀ ਕਿ ਆ 6 ਜ਼ੀਰੋ ਹੋ ਗਈਆਂ, ਸੈਂਟੀਮੀਟਰ ਦੀ ਘਾਤ 3 ਦੇ ਬਰਾਬਰ ਆ ਜਾਏਗਾ। ਯਾਨੀ ਕਿ 1 ਮੀਟਰ ਦੀ ਘਾਤ 3 ਨੂੰ ਆਪਾਂ ਇਹ ਮਤਲਬ ਯਾਨੀ ਕਿ 1 ਦੇ ਨਾਲ 6 ਜ਼ੀਰੋਆਂ ਲਿਖ ਕੇ ਨਾਲ ਸੈਂਟੀਮੀਟਰ ਦੀ ਘਾਤ 3 ਲਿਖ ਲੈਣਾ। ਮਤਲਬ ਇਹ ਕਨਵਰਜ਼ਨ ਮੈਂ ਤਾਂ ਕਰਵਾ ਰਿਹਾ ਕਿਉਂਕਿ ਆਇਤਨ ਦੇ ਵੇਲੇ ਕੀ ਹੈ ਇਹਦੀ ਲੋੜ ਪਏਗੀ। ਤਾਂ ਜਿਵੇਂ ਇਹਨੂੰ ਆਪਾਂ ਲੀਟਰ ਵਿੱਚ ਵੀ ਜੇ ਕਨਵਰਟ ਕਰਨਾ ਹੈ ਤਾਂ ਲੀਟਰ ਵਿੱਚ ਵੀ ਬਦਲ ਸਕਦੇ ਹਾਂ। ਲੀਟਰ ਦੇ ਵਿੱਚ ਦੇਖਦੇ ਹਾਂ ਕਿ ਕੀ ਹੁੰਦਾ ਆਪਣੇ ਕੋਲ, ਜਿਵੇਂ 1 ਲੀਟਰ ਜਿਹੜਾ ਹੈਗਾ ਉਹ ਅਸਲ ਦੇ ਵਿੱਚ 1000 ਸੈਂਟੀਮੀਟਰ ਦੀ ਘਾਤ 3 ਦੇ ਬਰਾਬਰ ਹੁੰਦਾ। ਤਾਂ ਜਿਹੜਾ ਹੁਣ 1 ਲੀਟਰ ਹੈ ਉਹਦੇ ਵਿੱਚ ਕਿੰਨੇ ml ਹੁੰਦੇ ਆ 1000, ਜੇ ਇੱਥੇ 1000 ਮਿਲੀਲੀਟਰ ਲਿਖੀਏ ਤਾਂ ਇੱਥੇ 1000 ਸੈਂਟੀਮੀਟਰ ਦੀ ਘਾਤ 'ਤੇ ਲਿਖੀਏ ਤਾਂ 1000 ਨਾਲ 1000 ਕੱਢਿਆ ਗਿਆ, ਤਾਂ 1 ml ਕਿੰਨੇ ਬਰਾਬਰ ਆ ਜਾਊਗਾ 1 ਸੈਂਟੀਮੀਟਰ ਦੀ ਘਾਤ 3 ਦੇ ਬਰਾਬਰ ਆ ਜਾਊਗਾ। ਇਹ ਕਨਵਰਜ਼ਨਸ ਹੈਗੇ ਆ ਬੱਚੋ, ਇਹਨਾਂ ਨੂੰ ਨਾ ਧਿਆਨ 'ਚ ਰੱਖਿਓ। ਤਾਂ ਉਸ ਤੋਂ ਬਾਅਦ ਇੱਕ ਚੀਜ਼ ਹੋਰ ਸੀਗੀ ਮੀਟਰ ਦੇ ਵਿੱਚ, 1 ਮੀਟਰ ਦੀ ਘਾਤ 3 ਬਰਾਬਰ 1 ਲੀਟਰ ਦੇ ਬਰਾਬਰ ਆ ਜਾਂਦਾ ਇਹਦਾ ਮੁੱਲ। ਇੱਕ ਆ ਚੀਜ਼ ਨਹੀਂ, 1 ਲੀਟਰ ਨਹੀਂ, 1000 ਲੀਟਰ ਹੁੰਦੇ ਆ। ਤਾਂ ਇਹਨੂੰ ਆਪਾਂ ਕਿਵੇਂ ਕਰ ਸਕਦੇ ਹੈਗੇ ਆ, 1 ਮੀਟਰ ਦੀ ਘਾਤ 3 ਮੈਂ ਤੁਹਾਨੂੰ ਕਰਵਾਇਆ ਨਾ ਸੈਂਟੀਮੀਟਰ ਦੇ ਵਿੱਚ, ਤਾਂ ਇੱਥੇ ਆਪਾਂ ਇੱਕ ਹੋਰ ਚੀਜ਼ ਕੀਤੀ ਸੀਗੀ 1 ਲੀਟਰ ਬਰਾਬਰ 1000 ਸੈਂਟੀਮੀਟਰ ਦੇ ਬਰਾਬਰ ਹੈ। ਤਾਂ ਇੱਥੇ ਆਪਣੇ ਕੋਲ 6 ਜ਼ੀਰੋ ਹੈ, ਤਾਂ ਤੁਸੀਂ ਇਸ ਨੂੰ 3 ਜ਼ੀਰੋਆਂ ਮਤਲਬ ਯਾਨੀ ਕਿ 1000 ਗੁਣਾ 1000 ਸੈਂਟੀਮੀਟਰ ਦੀ ਘਾਤ 3 ਵੀ ਤਾਂ ਲਿਖ ਹੀ ਸਕਦੇ ਹੋ ਨਾ। ਤਾਂ ਜਿਹੜਾ 1000 ਸੈਂਟੀਮੀਟਰ ਦੀ ਘਾਤ 3 ਹੈ ਇਹ ਕਿੰਨੇ ਬਰਾਬਰ ਹੈ 1 ਲੀਟਰ ਦੇ ਬਰਾਬਰ ਹੈ, ਯਾਨੀ ਕਿ 1000 ਲੀਟਰ ਦਾ ਮੁੱਲ 1 ਮੀਟਰ ਕਿਊਬ ਦੇ ਬਰਾਬਰ ਆ ਜਾਏਗਾ। ਬਸ ਕਨਵਰਜ਼ਨ ਜ਼ਿਆਦਾਤਰ ਕੀ ਹੈ ਇਹੀ ਹੈ ਜਿਨ੍ਹਾਂ ਦੀ ਵਰਤੋਂ ਹੁੰਦੀ ਹੈ। ਅਤੇ ਇਸ ਤੋਂ ਬਾਅਦ ਬੱਚੋ 1 ਜਾਂ 2 ਸਵਾਲ ਆਪਾਂ ਇਸ ਚੈਪਟਰ ਦੇ ਕਰਾਂਗੇ, ਉਸ ਤੋਂ ਬਾਅਦ ਆਪਾਂ MCQs ਕਰਾਂਗੇ। ਬੱਚੋ ਜਿਵੇਂ ਇੱਕ ਸਵਾਲ ਆ ਜਾਂਦਾ, ਬਹੁਤ ਵਾਰ ਆਇਆ ਇਹ ਸਵਾਲ ਕਿ ਇੱਕ ਘਨ ਹੈ ਜਿਸ ਦੀ ਲੰਬਾਈ ਹੈਗੀ ਹੈ 4 ਮਤਲਬ ਜਿਸ ਦੀ ਭੁਜਾ ਦੀ ਲੰਬਾਈ ਹੈਗੀ ਹੈ 4 ਸੈਂਟੀਮੀਟਰ, ਘਨ ਦੀ ਭੁਜਾ ਦੀ ਲੰਬਾਈ ਹੈਗੀ ਹੈ 4 ਸੈਂਟੀਮੀਟਰ। ਇਹੋ ਜਿਹੇ 3 ਘਨਾਂ ਨੂੰ ਆਪਸ ਵਿੱਚ ਜੋੜ ਦਿੱਤਾ ਜਾਵੇ ਤਾਂ ਕੀ ਪ੍ਰਾਪਤ ਹੁੰਦਾ ਹੈ। ਤਾਂ ਆ ਦੇਖੋ ਤੁਹਾਡੇ ਸਾਹਮਣੇ ਹੀ ਹੈ, ਆ ਘਨ ਹੋ ਗਿਆ ਆਪਣੇ ਕੋਲ, ਇੱਕ ਘਨ ਦੇ ਨਾਲ ਇੱਕ ਹੋਰ ਘਨ ਨੂੰ ਜੋੜਦਾ, ਉਹਦੇ ਨਾਲ ਹੀ ਇੱਕ ਹੋਰ ਘਨ ਨੂੰ ਆਪਾਂ ਜੋੜ ਦਈਏ, ਤਾਂ ਇਹ ਅਸਲ 'ਚ ਕਿਹੜੀ ਸ਼ੇਪ ਬਣ ਗਈ ਇਹ ਸ਼ੇਪ ਕਾਹਦੀ ਬਣ ਗਈ, ਘਨਾਬ ਦੀ ਬਣ ਗਈ ਨਾ। ਤਾਂ ਕਈ ਵਾਰੀ ਪੁੱਛ ਲੈਂਦੇ ਆ ਕਿ 3 ਘਨਾਂ ਨੂੰ ਆਪਸ ਵਿੱਚ ਜੋੜ ਕੇ ਕੀ ਬਣਦਾ, ਤਾਂ ਤੁਸੀਂ ਇੱਥੇ ਕਹਿਣਾ ਹੈਗਾ ਘਨਾਬ। ਅਤੇ ਘਨਾਬ ਦੀ ਕੀ ਹੈ ਸਤਹ ਦਾ ਖੇਤਰਫਲ ਪੁੱਛ ਲੈਂਦੇ ਆ। ਹੁਣ ਇੱਥੇ ਸਤਹ ਦਾ ਕਹਿ ਰਹੇ ਹੈਗੇ ਹੈ, ਅਸਲ ਦੇ ਵਿੱਚ ਇਹ ਕੁੱਲ ਸਤਹ ਦਾ ਖੇਤਰਫਲ ਹੀ ਹੈ। ਤਾਂ ਘਨਾਬ ਦੀ ਕੁੱਲ ਸਤਹ ਦਾ ਖੇਤਰਫਲ ਕੀ ਹੁੰਦਾ 2LB + BH + HL। ਤਾਂ ਇਹਦੇ ਵਿੱਚ ਲੰਬਾਈ ਕਿੰਨੀ ਬਣ ਜੂਗੀ, ਜੇਕਰ ਇਹ 4 ਸੈਂਟੀਮੀਟਰ ਹੈ ਤਾਂ 4 4 4 ਨਾਲ ਇਹ ਕਿੰਨੀ ਸੈਂਟੀਮੀਟਰ ਬਣ ਗਈ 12 ਸੈਂਟੀਮੀਟਰ। ਇਹਦੀ ਚੌੜਾਈ ਵੀ 4 ਹੈ, ਉਚਾਈ ਵੀ 4 ਹੈ, ਤਾਂ ਇੱਥੇ ਆਪਾਂ ਲਿਖ ਲਵਾਂਗੇ L ਹੈਗਾ 12, B ਹੈਗਾ 4, H ਹੈਗਾ 4। ਤਾਂ ਇਹਨਾਂ ਦੀ ਵਰਤੋਂ ਆਪਾਂ ਇਸ ਫਾਰਮੂਲੇ ਵਿੱਚ ਕਰਾਂਗੇ ਸਤਹ ਦੇ ਖੇਤਰਫਲ ਵੇਲੇ।
ਹੁਣ ਦੇਖੋ ਐਲ ਬੀ ਇਹ ਨਾਲ ਲਿਖਿਆ ਦਾ ਮਤਲਬ ਗੁਣਾ ਏ। ਐਲ ਦਾ ਮੁੱਲ ਹੈਗਾ 12, ਬੀ ਦਾ ਮੁੱਲ ਹੈਗਾ 4, ਤਾਂ ਮੈਂ ਇੱਥੇ ਇਹਨਾਂ ਨੂੰ ਬ੍ਰੈਕਟ ਵਿੱਚ ਲਿਖ ਲਿਆ। ਬੱਚੋ ਇੱਥੇ ਐਲ ਬੀ ਇਕੱਠੇ ਦਾ ਮਤਲਬ ਹੈਗਾ ਇਹ ਦੋ ਬ੍ਰੈਕਟਸ ਦੇ ਵਿੱਚ ਜਿਹੜਾ ਲਿਖਿਆ ਇਹ ਗੁਣਾ ਹੀ ਹੈ। ਤਾਂ ਬੀ ਐਚ ਹੈ, ਬੀ ਦਾ ਮੁੱਲ 4 ਹੈ, ਐਚ ਦਾ ਮੁੱਲ 4 ਹੈ, ਫਿਰ ਐਚ ਤੇ ਐਲ 4 ਐਚ ਦਾ ਮੁੱਲ ਹੈ, ਅਤੇ ਐਲ ਦਾ ਮੁੱਲ ਕਿੰਨਾ ਹੈਗਾ 12, ਤਾਂ 2 ਬਾਹਰ ਲਿਖ ਲਓ। 12 ਚੌਕ 48, 4 ਗੁਣਾ 4 16, ਅਤੇ ਇਹ ਵੀ 48, 48 48 96, 96 ਅਤੇ 16 112, 112 ਦਾ ਦੁਗਣਾ 224। ਤਾਂ ਇਹ ਖੇਤਰਫਲ ਹੈ ਸੈਂਟੀਮੀਟਰ ਸਕੁਏਅਰ ਦੇ ਵਿੱਚ ਇਹਦਾ ਆਨਸਰ ਆ ਜਾਏਗਾ। ਬਸ ਇੰਨਾ ਕੁ ਦੇਖੋ 6 ਨੰਬਰ ਦਾ ਸਵਾਲ ਹੈ। ਸਵਾਲ ਨੂੰ ਸਮਝ ਕੇ ਡਾਇਗਰਾਮ ਬਣਾਓ, ਡਾਇਗਰਾਮ ਤੋਂ ਤੁਸੀਂ ਫਾਰਮੂਲਾ ਲਗਾਓ, ਫਾਰਮੂਲੇ ਤੋਂ ਬਾਅਦ ਮੁੱਲ ਭਰ ਦਿਓ, ਅਤੇ 6 ਨੰਬਰ ਤੁਹਾਡੇ ਇਹ ਆ ਜਾਣਗੇ। ਅਤੇ ਮਤਲਬ ਕੁਐਸਚਨ ਬਹੁਤ ਹੀ ਸਿੰਪਲ ਹੈ, ਕੋਈ ਡਿਫੀਕਲਟ ਨਹੀਂ ਹੈ। ਬੱਚੇ ਇੱਕ ਹੋਰ ਕੁਐਸਚਨ ਹੈ ਵੀ ਜਿਵੇਂ ਇੱਕ ਘਨ ਹੈ ਉਸ ਦੇ ਵਿੱਚ ਕੀ ਹੈ ਛੋਟੇ ਘਨ ਰੱਖਣੇ ਹੈ। ਉਹ ਛੋਟੇ ਘਨ ਜਿਹੜੇ ਹੈਗੇ ਹੈ ਉਸ ਦੀ ਇੱਕ ਭੁਜਾ ਦੀ ਲੰਬਾਈ 6 ਸੈਂਟੀਮੀਟਰ ਹੈ, ਤਾਂ ਉਹ ਕਿੰਨੇ ਘਨ ਰੱਖੇ ਜਾ ਸਕਦੇ ਆ ਉਹਦੀ ਗਿਣਤੀ ਦੱਸਣੀ ਹੈ। ਜਿਹੜਾ ਵੱਡਾ ਘਨਾਵ ਹੈ, ਘਨਾਵਕਾਰ ਬਾਕਸ ਆਪਾਂ ਕਹਿ ਸਕਦੇ ਹਾਂ, ਤਾਂ ਉਹਦੀਆਂ ਡਾਇਮੈਂਸ਼ਨਸ ਦਿੱਤੀਆਂ ਹੋਈਆਂ 60 ਗੁਣਾ 24 ਗੁਣਾ 30। ਇਸ ਦਾ ਮਤਲਬ ਕੀ ਹੈਗਾ ਕਿ ਇਹ ਲੰਬਾਈ ਹੈ, ਲੰਬਾਈ ਕਿੰਨੀ ਹੈਗੀ ਇਹਦੀ 60 ਹੈ, 54 ਉਹਦੀ ਚੌੜਾਈ ਹੋ ਗਈ, ਅਤੇ 30 ਉਹਦੀ ਉਚਾਈ ਹੋ ਗਈ। ਇਹ ਜ਼ਰੂਰੀ ਨਹੀਂ ਹੈ ਕਿ ਇਹ ਲਿਖਿਆ ਹੋਵੇਗਾ ਕਿ ਇਹ ਲੰਬਾਈ ਆ, ਚੌੜਾਈ ਅਤੇ ਆ ਉਚਾਈ, ਕਿ ਇੱਕ ਘਨਾਵ ਦੀ ਲੰਬਾਈ 60 ਹੈ, ਚੌੜਾਈ 11 54 ਹੈ, ਉਚਾਈ ਹੈਗੀ ਹੈ 30। ਉਹ ਇਸ ਰੂਪ ਦੇ ਵਿੱਚ ਵੀ ਹੋ ਸਕਦਾ। ਤਾਂ ਇਹ ਆਪਾਂ ਆਪ ਹੀ ਦੇਖ ਲੈਣਾ ਕਿ ਇਹ ਲੰਬਾਈ ਚੌੜਾਈ ਅਤੇ ਉਚਾਈ ਦੀ ਹੀ ਗੱਲ ਕਰਦੇ ਪਏ ਆ। ਤਾਂ ਜਦੋਂ ਵੀ ਸਵਾਲ ਇਸ ਤਰ੍ਹਾਂ ਦਾ ਆ ਜਾਏ ਕਿ ਇੱਕ ਵੱਡੇ ਬਰਤਨ ਦੇ ਵਿੱਚ, ਇੱਕ ਵੱਡੇ ਆਕਾਰ ਦੇ ਡੱਬੇ ਵਿੱਚ ਛੋਟੇ ਆਕਾਰ ਦੇ ਡੱਬੇ ਨੂੰ ਰੱਖਣਾ ਹੈਗਾ, ਤਾਂ ਉਦੋਂ ਛੋਟੇ ਆਕਾਰ ਦੇ ਕਿੰਨੇ ਡੱਬੇ ਰੱਖੇ ਜਾਣਗੇ ਗਿਣਤੀ ਪਤਾ ਕਰਨੀ ਹੈ, ਯਾਨੀ ਕਿ n ਪਤਾ ਕਰਨਾ। ਉਦੋਂ ਕੀ ਕਰਨਾ ਹੈ, ਜਿਹੜਾ ਇਹ ਉੱਪਰ ਘਨਾਵ ਬਣਿਆ, ਘਨਾਵ ਦਾ ਆਇਤਨ ਦਾ ਫਾਰਮੂਲਾ ਲਗਾ ਲੈਣਾ। ਥੱਲੇ ਘਨ ਰੱਖੇ ਗਏ ਹੈ ਤਾਂ ਘਨ ਦਾ ਆਇਤਨ ਦਾ ਫਾਰਮੂਲਾ ਲਗਾ ਦੇਣਾ। ਜੇ ਜ਼ਰੂਰੀ ਨਹੀਂ ਇਹ ਘਨ ਹੀ ਹੋ ਸਕਦਾ, ਇੱਥੇ ਛੋਟੇ ਘਨਾਵ ਵੀ ਹੋ ਸਕਦੇ ਆ, ਤਾਂ ਦੋਨਾਂ ਦੇ ਆਇਤਨ ਨੂੰ ਕੀ ਆ ਭਾਗ ਕਰ ਦਾਂਗੇ, ਵੱਡੇ ਨੂੰ ਭਾਗ ਕਰਨਾ ਛੋਟੇ ਨਾਲ। ਤਾਂ ਹੁਣ ਇੱਥੇ ਘਨ ਦਾ ਆਇਤਨ ਕੀ ਹੈ, ਤਾਂ ਲੰਬਾਈ ਚੌੜਾਈ ਅਤੇ ਉਚਾਈ, ਘਨ ਦਾ ਆਇਤਨ ਹੁੰਦਾ ਤਿੰਨੋਂ ਭੁਜਾਵਾਂ ਦੀ ਗੁਣਾ, ਐਲ ਗੁਣਾ ਬੀ ਗੁਣਾ ਐਚ। ਤਾਂ ਫਿਰ ਉਹੀ ਚੀਜ਼ ਹੀ ਦੁਬਾਰਾ ਲਿਖਾਂਗੇ 60 ਗੁਣਾ 54 ਗੁਣਾ 30। ਥੱਲੇ ਕੀ ਹੈ ਘਨ ਦਾ ਆਇਤਨ, ਘਨ ਦੀ ਭੁਜਾ ਦੀ ਲੰਬਾਈ ਆਪਣੇ ਕੋਲ ਹੈਗੀ ਹੈ 6 ਸੈਂਟੀਮੀਟਰ, ਤਾਂ ਇਹ ਕਿੰਨੇ ਘਨ ਰੱਖੇ ਜਾ ਸਕਦੇ ਹੈ, ਘਨ ਦਾ ਆਇਤਨ 6 ਗੁਣਾ 6 ਗੁਣਾ 6। 6 ਨੂੰ ਇਹ ਨਹੀਂ ਹੈ ਕਿ ਪਹਿਲਾਂ ਇਹਨੂੰ ਗੁਣਾ ਕਰੋਗੇ ਫਿਰ ਇਹਨੂੰ ਗੁਣਾ ਕਰੋਗੇ ਫਿਰ ਇਹਨੂੰ ਭਾਗ ਕਰਨਾ, ਤੁਸੀਂ ਸਿੰਗਲ ਕੱਟੋ ਤਾਂ ਜ਼ਿਆਦਾ ਸੌਖਾ ਹੈ। 60 ਨੂੰ 6 'ਤੇ ਵੰਡਾਂਗੇ ਤਾਂ 10 ਆ ਜਾਏਗਾ, ਅਤੇ 6 ਦੇ ਪਹਾੜੇ ਦੇ 54 9 'ਤੇ ਆਉਂਦਾ, 6 ਦੇ ਪਹਾੜੇ ਦੇ 30 5 'ਤੇ ਆਉਂਦਾ। ਤਾਂ ਇਹਨਾਂ ਨੂੰ ਗੁਣਾ ਕਰਾਂਗੇ 9 5 45 ਦੇ ਨਾਲ 0 450। 450 ਛੋਟੇ ਘਨ ਕੀ ਹੈ ਇਸ ਵਿੱਚ ਰੱਖੇ ਜਾਣਗੇ। ਤਾਂ ਇਹਦੀ ਕੋਈ ਇੱਕ ਗਿਣਤੀ ਹੈ, ਕੋਈ ਸੈਂਟੀਮੀਟਰ ਮੀਟਰ ਨਹੀਂ ਲਿਖਣਾ ਇੱਥੇ ਨਾਲ। ਤਾਂ ਇਸ ਦੇ ਨਾਲ ਹੀ ਆਪਣੇ ਜਿਹੜੇ ਕੁਐਸਚਨਸ ਹੈਗੇ ਹੈ ਉਹ ਕੰਪਲੀਟ ਹੁੰਦੇ ਆ। ਬੱਚੋ ਕੁਐਸਚਨ ਬਹੁਤ ਸੌਖੇ ਆਉਂਦੇ ਆ, ਕੋਈ ਔਖੇ ਨਹੀਂ ਹੈ, ਬਸ ਫਾਰਮੂਲੇ ਨੂੰ ਮਾਈਂਡ ਵਿੱਚ ਰੱਖਿਓ। ਤਾਂ ਇਸ ਤੋਂ ਬਾਅਦ ਬੱਚੋ ਆਪਾਂ MCQs ਕਰਦੇ ਹਾਂ। ਹਾਂਜੀ ਬੱਚੋ MCQs ਹੈਗੇ ਆ ਅਲਜੈਬਰਿਕ ਆਇਡੈਂਟੀਟੀਜ਼ ਐਂਡ ਮੈਂਸੂਰੇਸ਼ਨ। ਆਪਾਂ ਮੈਂਸੂਰੇਸ਼ਨ ਚੈਪਟਰ ਖੇਤਰ ਮਿਤੀ ਵਾਲਾ ਕਰ ਰਹੇ ਹਾਂ, ਤਾਂ ਇਹਦੇ ਆਪਾਂ MCQs ਕਰਾਂਗੇ। ਪਹਿਲਾ ਕੀ ਹੈ, ਵਰਗ ਦਾ ਪਰਿਮਾਪ ਪਤਾ ਕਰਨ ਦਾ ਸੂਤਰ ਕਰੋ। ਵਰਗ ਦਾ ਪਰਿਮਾਪ, ਵਰਗ ਆ ਹੁੰਦਾ, ਪਰਿਮਾਪ ਚਾਰੋਂ ਭੁਜਾਵਾਂ ਦਾ ਜੋੜ, ਤਾਂ 4 ਗੁਣਾ ਭੁਜਾ। ਉਸ ਤੋਂ ਬਾਅਦ ਚੱਕਰ ਦਾ ਖੇਤਰਫਲ ਪਤਾ ਕਰਨ ਦਾ ਸੂਤਰ, ਚੱਕਰ ਪਾਈ ਆਰ ਸਕੁਏਅਰ। ਬੱਚੋ ਫਾਰਮੂਲੇ ਤਾਂ ਤੁਹਾਨੂੰ ਯਾਦ ਹੀ ਕਰਨੇ ਪੈਣੇ ਆ। 1 ml ਦਾ ਮੁੱਲ ਕਿੰਨੇ ਸੈਂਟੀਮੀਟਰ ਦੀ ਘਾਤ 3 ਦੇ ਬਰਾਬਰ ਹੁੰਦਾ। ਆਪਾਂ ਬੱਚੋ ਇੱਥੇ ਕੀਤਾ ਸੀ ਨਾ ਹੁਣੇ, ਦੇਖੋ 1 ਮੀਟਰ ਦੀ ਘਾਤ 3 ਬਰਾਬਰ 1000 ਲੀਟਰ ਸੀਗਾ ਇੱਥੇ, ਹੈ ਨਾ। ਅਤੇ ਉਸ ਤੋਂ ਬਾਅਦ ਆਪਾਂ ਇੱਧਰ ਕੀਤਾ ਸੀ, ਆ ਦੇਖੋ 1 ml ਬਰਾਬਰ ਕੀ ਹੈਗਾ, 1 ml ਬਰਾਬਰ 1 ਸੈਂਟੀਮੀਟਰ ਦੀ ਘਾਤ 3। ਜੇ ਇਹ ਨਹੀਂ ਪਤਾ ਤਾਂ ਦੁਬਾਰਾ ਵੀਡੀਓ ਨੂੰ ਦੇਖੋ, ਧਿਆਨ ਨਾਲ ਸਮਝੋ, ਸਾਰੀ ਚੀਜ਼ ਸਮਝਾਈ ਹੋਈ ਹੈ। ਤਾਂ ਇੱਥੇ ਮੁੱਲ ਕੀ ਆ ਜਾਊਗਾ 1 ਸੈਂਟੀਮੀਟਰ ਦੀ ਘਾਤ 3। ਉਸ ਤੋਂ ਬਾਅਦ ਅਗਲਾ ਹੈਗਾ, ਜੇਕਰ ਘਨ ਦੀ ਭੁਜਾ ਦੁੱਗਣੀ ਕਰ ਦਿੱਤੀ ਜਾਵੇ, ਘਨ ਦੀ ਭੁਜਾ ਕੀ ਕਰ ਦਿੱਤੀ ਜਾਵੇ ਦੁੱਗਣੀ, ਤਾਂ ਘਨ ਦਾ ਆਇਤਨ ਕੀ ਹੋ ਜਾਏਗਾ, ਕਿੰਨੇ ਗੁਣਾ ਹੋ ਜਾਏਗਾ। ਇਹ ਹੈ ਮੰਨ ਲਓ ਘਨ ਦੀ ਭੁਜਾ ਦੀ ਲੰਬਾਈ ਆਪਾਂ x ਮੰਨ ਲਈਏ, ਠੀਕ ਹੈ। ਤਾਂ ਕਹਿੰਦੇ ਕਿ ਜੇ ਭੁਜਾ ਨੂੰ ਦੁੱਗਣਾ ਕਰ ਦਈਏ, ਯਾਨੀ ਕਿ 2x ਕਰ ਦਈਏ,
ਤਾਂ ਫਿਰ ਕਹਿੰਦੇ ਘਨ ਦਾ ਆਇਤਨ ਕਿੰਨੇ ਗੁਣਾ ਹੋ ਜਾਊਗਾ। ਤਾਂ ਘਨ ਦੀ ਭੁਜਾ ਹੈਗੀ ਹੈ x ਅਤੇ ਉਹਦਾ ਆਇਤਨ ਕੀ ਹੋ ਜਾਊਗਾ। ਘਨ ਦਾ ਆਇਤਨ ਕੀ ਹੁੰਦਾ ਹੈ, ਭੁਜਾ ਗੁਣਾ ਭੁਜਾ ਗੁਣਾ ਭੁਜਾ, x ਦੀ ਘਾਤ ਕਿੰਨੀ ਹੁੰਦੀ ਹੈ 3 ਹੁੰਦੀ ਹੈ ਨਾ ਆਇਤਨ ਵੇਲੇ। ਤਾਂ ਹੁਣ ਇੱਥੇ ਕੀ ਭੁਜਾ ਦੀ ਲੰਬਾਈ ਦੁੱਗਣੀ ਕਰ ਦਈਏ ਤਾਂ 2x ਦੀ ਘਾਤ 3 ਆ ਜਾਊ। ਤਾਂ 2 ਦੀ 3, 2 ਗੁਣਾ 2 ਗੁਣਾ 2, x ਦੀ 3, ਇਹ ਐਜ਼ ਇਟ ਇਜ਼ ਲਿਖਿਆ ਜਾਏਗਾ। ਯਾਨੀ ਕਿ ਇਹ ਕਿੰਨੀ ਬਣ ਜਾਏਗੀ, ਇਹ 8 ਗੁਣਾ ਬਣ ਜਾਏਗੀ। ਆ ਚੀਜ਼ ਤਾਂ ਉਹੀ ਆ ਗਈ ਨਾ, ਘਨ ਦਾ ਆਇਤਨ ਹੀ ਆ ਗਿਆ ਨਾ x ਦੀ ਘਾਤ 3। ਤਾਂ ਇੱਕ ਇਹਨਾਂ ਨੇ ਪੁੱਛਿਆ ਕਿ ਕਿੰਨੇ ਗੁਣਾ ਹੋ ਜਾਊਗਾ, ਇਹ 8 ਗੁਣਾ ਹੋ ਜਾਏਗਾ। ਇਸ ਤੋਂ ਬਾਅਦ ਅਗਲਾ ਪ੍ਰਸ਼ਨ, 3 ਸੈਂਟੀਮੀਟਰ ਭੁਜਾ ਵਾਲੇ ਘਨ ਦੀ ਕੁੱਲ ਸਤਹ ਦਾ ਖੇਤਰਫਲ। ਇੱਥੇ ਭੁਜਾ ਦੀ ਲੰਬਾਈ ਕਿੰਨੀ ਹੈ 3 ਹੈ, ਕੁੱਲ ਸਤਹ ਦਾ ਖੇਤਰਫਲ ਕੀ ਹੁੰਦਾ 6a²। ਅਤੇ ਇੱਥੇ ਭੁਜਾ ਦੀ ਲੰਬਾਈ ਕਿੰਨੀ ਹੈ 3 ਹੈ, ਘਾਤ 2, 6 ਨਾਲ ਬਾਅਦ 'ਚੋਂ ਗੁਣਾ ਕਰਾਂਗੇ, ਪਹਿਲਾਂ 3 ਦੀ ਘਾਤ 2, 3 ਗੁਣਾ 3 ਕਿੰਨਾ ਦੇ 9, ਤਾਂ 9 6 54। ਤਾਂ ਇੱਥੇ ਕੀ ਆ ਜਾਊਗਾ, ਖੇਤਰਫਲ ਪੁੱਛਿਆ ਨਾ, ਤਾਂ ਇਹ ਆ ਜਾਊਗਾ 54 ਸੈਂਟੀਮੀਟਰ ਸਕੁਏਅਰ। ਆ ਦੋ ਕੁਐਸਚਨ ਬੱਚੋ ਅਲਜੈਬਰਿਕ ਆਇਡੈਂਟੀਟੀਜ਼ ਦੇ ਹੈਗੇ ਹੈ। ਅੱਛਾ, ਉਸ ਤੋਂ ਬਾਅਦ ਅਗਲਾ ਆਇਤ ਦਾ ਪਰਿਮਾਪ। ਆਇਤ ਦਾ ਪਰਿਮਾਪ ਦਾ ਫਾਰਮੂਲਾ 2l+b, ਸੀ ਆਪਸ਼ਨ। ਇਸ ਤੋਂ ਬਾਅਦ ਅਗਲਾ ਹੈਗਾ ਘਨਾਵ ਦੇ ਆਧਾਰ ਦਾ ਆਕਾਰ ਕੀ ਹੈ। ਘਨਾਵ ਕਿਹੜੇ ਆਕਾਰ ਦਾ ਹੁੰਦਾ, ਇੱਕ ਬੂਟਾ ਜਿਵੇਂ ਡੱਬਾ ਹੋ ਗਿਆ ਜਾਂ ਇੱਟ ਹੋ ਗਈ। ਹੁਣ ਦੇਖੋ ਆਧਾਰ ਪੁੱਛ ਰਹੇ, ਆਧਾਰ ਕਿਹੜਾ ਹੁੰਦਾ ਰੈਕਟੈਂਗਲ। ਮੈਂ ਤੁਹਾਨੂੰ ਇਹ ਪਹਿਲਾਂ ਵੀ ਦੱਸਿਆ ਸੀਗਾ ਕਿ ਇਸ ਤਰ੍ਹਾਂ ਦਾ ਸਵਾਲ ਆ ਜਾਂਦਾ ਅਤੇ ਆ ਗਿਆ ਇਹ ਸਵਾਲ। ਉਸ ਤੋਂ ਬਾਅਦ ਕਰਵਡ ਸਰਫੇਸ ਏਰੀਆ ਆਫ ਸਿਲੰਡਰ, ਯਾਨੀ ਕਿ ਵਕਰ ਸਤਹ ਦਾ ਖੇਤਰਫਲ ਕਿਹਦਾ, ਸਿਲੰਡਰ ਦੀ, ਵੇਲਣ ਦੀ। ਤਾਂ ਵਕਰ ਸਤਹ ਹੋ ਗਿਆ ਬਾਹਰਲੀ, ਤਾਂ ਬਾਹਰਲੀ 2πr/h ਵਕਰ ਸਤਹ ਦਾ ਖੇਤਰਫਲ ਹੈ ਨਾ, ਬੀ ਆਪਸ਼ਨ। ਉਸ ਤੋਂ ਬਾਅਦ ਇੱਕ ਸਮਲੰਬ ਚਤੁਰਭੁਜ ਦਾ ਖੇਤਰਫਲ ਕੀ ਹੋਵੇਗਾ। ਸਮਲੰਬ ਦਾ ਮਤਲਬ ਯਾਨੀ ਕਿ ਆਹ ਹੋ ਗਿਆ, ਜਿਹਦੇ ਵਿੱਚ ਆਹ ਭੁਜਾਵਾਂ ਦੋ ਸਮਾਂਤਰ ਹੁੰਦੀਆਂ ਅਤੇ ਵਿਚਕਾਰਲੀ ਦੂਰੀ ਸੇਮ ਹੁੰਦੀ ਹੈ, h ਹੁੰਦੀ ਹੈ। ਇਹ ਹੈ ਅਤੇ ਇਹ b ਹੈ। ਫਾਰਮੂਲਾ ਕੀ ਹੈ 2ha+b, ਇਹ ਖੇਤਰਫਲ ਦਾ ਫਾਰਮੂਲਾ ਹੈ। ਅਤੇ ਇਹਨਾਂ ਨੇ ਇਹੀ ਕਿਹਾ ਸੀ ਇੱਕ ਭੁਜਾ a ਹੈ ਦੂਸਰੀ b ਹੈ, ਉਹਨਾਂ ਦੇ ਵਿਚਕਾਰਲੀ ਦੂਰੀ h ਹੈ। ਤਾਂ ਫਾਰਮੂਲਾ ਕੀ ਲਗਾਉਣਾ ਹੈ 2ha+b ਗੁਣਾ h, b ਆਪਸ਼ਨ। ਇਸ ਤੋਂ ਬਾਅਦ ਇਹ ਜਿਹੜਾ ਚੈਪਟਰ ਹੈਗਾ ਬਸ ਅਲਜੈਬਰਿਕ ਆਇਡੈਂਟੀਟੀਜ਼ ਦਾ ਚੈਪਟਰ ਹੈਗਾ ਉਹ। ਬਾਕੀ ਤਾਂ ਜਿੰਨੇ ਆਪਾਂ ਕੁਐਸਚਨ MCQ ਦੇ ਕੀਤੇ ਆ ਇਹ ਮੈਂਸੂਰੇਸ਼ਨ ਵਾਲੇ ਸੀਗੇ। ਤਾਂ ਇਹਦੇ ਨਾਲ ਬੱਚੇ ਤੁਹਾਡਾ ਕਨਸੈਪਟ ਕਲੀਅਰ ਹੋ ਜਾਣਗੇ। ਜੇ ਤੁਹਾਨੂੰ ਫਿਰ ਵੀ ਕਿਤੇ ਦਿੱਕਤ ਹੈਗੀ ਹੈ ਤਾਂ ਵੀਡੀਓ ਨੂੰ ਦੁਬਾਰਾ ਕੀ ਹੈ ਦੇਖੋ, ਬਹੁਤ ਹੀ ਈਜ਼ੀ ਚੈਪਟਰ ਹੈ। ਥੈਂਕ ਯੂ।